सोए सनंदड़ी मेरा तन मन मौला, नाम जपंदड़ी लाली, पंध जलंदड़ी मेरा अंदर ठंडा, गुर दर्शन देख निहाली। पंध जलंदड़ी मेरा अंदर ठंडा, गुर दर्शन देख निहाली। सज्जन सच्चा पातशाह, सिर शाहां शाहो, जिस पास बैठिया सोहीए सबना दा वेसाहो। सतनाम श्री वाहेगुरु साहिब जी। बिलावल महला पंजवा। सिमरत नाम कोट जतन भये, साध संग मिल हर गुण गाए। जम दूतन को त्रास अहे, सिमरत नाम कोट जतन भये, साध संग मिल हर गुण गाए। जम दूतन को त्रास अहे, रहाओ जेते पुनः चरण से कीने। मन तन प्रभ के चरण गहे, आवन जान परम भो नाठा। जन्म जन्म के किल विख दहे, निरभौ होए भजो जगदीसा। इहो पदारथ वड भाग लहे, कर कृपा पूरन प्रभ दाते। निर्मल जस नानक दास कहे, निरभौ होए भजो जगदीसा। इहो पदारथ वड भाग लहे, कर कृपा पूरन प्रभ दाते। निर्मल जस नानक दास कहे। वाहिगुरु जी का खालसा, वाहिगुरु जी की फतेह। गुरु रूप गुरु की साजी नवाजी। गुरु स्वरूप गुरु खालसा साध संगत जी। मनुख ਚਿਹਰਿਆਂ ਤੋਂ ਵੱਖ-ਵੱਖ ਤਰੀਕਿਆਂ ਨਾਲ ਜਾਪ ਕਰਦਾ ਹੈ। ਮੈਂ ਲਫ਼ਜ਼ ਕਿਹਾ ਵੱਖ-ਵੱਖ ਤਰ੍ਹਾਂ ਦਾ ਜਾਪ। ਕੋਈ ਮੇਰੀ ਉਮਰ ਵਾਸਤੇ ਜਾਪ ਕਰਦਾ ਹੈ, ਕੋਈ ਮਾਇਆ ਦੀ ਪ੍ਰਾਪਤੀ ਵਾਸਤੇ ਜਾਪ ਕਰਦਾ ਹੈ, ਕੋਈ ਕਹਿੰਦਾ ਕਿ ਮੇਰੀ ਕੁਲ ਵੱਧ ਜਾਏ, ਇਸ ਕਾਰਨ ਕਰਕੇ ਜਾਪ ਕਰਦਾ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੇਮੀਆਂ ਨਿਸ਼ਕਾਮ ਹੋ ਕਰਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਕਰ, ਤੈਨੂੰ तमाम ਪਦਾਰਥਾਂ ਦੀ ਪ੍ਰਾਪਤੀ ਹੋ ਜਾਏਗੀ। ਇਸ ਪੱਖ ਨੂੰ
ਜਿਵੇਂ ਸਤਿਗੁਰੂ ਪਾਤਸ਼ਾਹ ਨੇ ਇਸੇ ਖੁਲਾਸੇ ਸਹਿਤ ਬਿਆਨ ਕੀਤਾ ਹੈ, ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਮੇਰੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਮਹਾਰਾਜ ਜਿਵੇਂ ਛੱਜੂ ਝੋੜ ਦੇ ਸਿਰ ਤੇ ਹੱਥ ਰੱਖ ਕੇ ਗੀਤਾ ਦੇ ਅਰਥ ਕਰਾਏ ਸੀ ਨਾ, ਇਹ ਕਰਤੇ ਤੇ ਕਰਤਾਰ ਦੀ ਬਾਣੀ ਹੈ। ਕਰਤਾਰ ਦੀ ਕਿਰਤ ਦਾ ਅੰਤ ਕਿਰਤ ਨਹੀਂ ਪਾ ਸਕਦੀ। ਤੂੰ ਮਿਹਰ ਕਰੀ, ਤੂੰ ਰਹਿਮਤ ਕਰੀ, ਆਪਣਾ ਮਿਹਰ ਭਰਿਆ ਹੱਥ ਰੱਖ ਕਰਕੇ ਸ਼ਬਦ ਦੀ ਵਿਚਾਰ ਵੀ ਕਰਾਈ ਤੇ ਨਾਲ ਰਹਿਮਤ ਕਰੀ। ਇਹ ਸ਼ਬਦ ਕਿਤੇ ਮੇਰੇ ਹਿਰਦੇ ਦੇ ਅੰਦਰ ਵੀ ਵੱਜ ਜਾਏ। ਇਹ ਲਫ਼ਜ਼ ਮੈਂ ਕਿਉਂ ਕਹੇ ਨੇ, ਹੁਣ ਤਾਂ ਟਿਊਬਵੈੱਲ ਤੇ ਬੰਬੀਆਂ ਆ ਗਏ, ਅੱਗੇ ਟਿੰਡਾਂ ਵਾਲੇ ਖੂਹ ਹੁੰਦੇ ਸਨ। ਟਿੰਡਾਂ ਵਾਲੇ ਖੂਹ ਬਲਦਾਂ ਨੇ, ਬੋਤਿਆਂ ਨੇ ਉਹ ਖੂਹ ਵਾਹੁਣਾ, ਖੂਹ 'ਚੋਂ ਟਿੰਡਾਂ ਭਰ ਭਰ ਕੇ ਆਉਣੀਆਂ। ਪਾਤਸ਼ਾਹ ਭਾਵੇਂ ਭਰਿਆ ਹੁੰਦਾ ਸੀ, ਪਰ 2 ਮਿੰਟਾਂ ਦੇ ਬਾਅਦ ਪਾਤਸ਼ਾਹ ਖਾਲੀ ਹੋ ਜਾਂਦਾ। ਪਾਤਸ਼ਾਹ ਵੀ ਟਿੰਡਾਂ ਦੇ ਨਾਲੋਂ ਪਾਣੀ ਜ਼ਿਆਦਾ ਹੁੰਦਾ ਸੀ, ਲੇਕਿਨ ਪਾਣੀ ਵਗ ਜਾਂਦਾ, ਪਾਤਸ਼ਾਹ ਫਿਰ ਖਾਲੀ ਦਾ ਖਾਲੀ। ਇਹ ਲਫ਼ਜ਼ ਮੈਂ ਕਿਉਂ ਕਹੇ ਨੇ, ਅਸੀਂ ਕਥਾ ਤੇ ਕੀਰਤਨ ਵਾਲੀ ਗੱਲਾਂ ਤਾਂ ਬੜੀਆਂ ਕਰਦੇ ਹਾਂ, ਲੇਕਿਨ ਉਹ ਖੂਹ ਦੇ ਪਾਣੀ ਦੀ ਤਰ੍ਹਾਂ ਪਾਣੀ ਪੈੜੀਆਂ ਵਿੱਚ ਚਲਾ ਜਾਂਦਾ ਤੇ ਪਾਤਸ਼ਾਹ ਫਿਰ ਖਾਲੀ ਦਾ ਖਾਲੀ। ਸੁਣਨ ਵਾਲੇ ਜਗਿਆਸੂ ਜਨ ਉਹਨੂੰ ਧਾਰ ਕਰਕੇ ਜੀਵਨ ਸਫਲਾ ਕਰ ਲੈਂਦੇ ਨੇ, ਲੇਕਿਨ ਦੂਜਿਆਂ ਨੂੰ ਉਪਦੇਸ਼ ਦੇਣ ਵਾਲੇ ਖਾਲੀ ਰਹਿ ਗਏ। ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰ, ਕਰਮ ਕਰ, ਤੇਰਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਏ। ਜਿਵੇਂ ਸੋਢੀ ਸੁਲਤਾਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਚਮ ਪਾਤਸ਼ਾਹ ਕਿਰਪਾ ਕਰ ਰਹੇ ਨੇ, ਸਰਵਣ ਕਰੀਏ। ਤੇ ਰਹਿਮਤ ਕਰਨ ਦਾ ਇੱਕੋ ਇੱਕ ਤਰੀਕਾ, ਕਿਉਂਕਿ ਆਪਾਂ ਕੋਈ ਵੀ ਸ਼ਬਦ ਪੜ੍ਹਦੇ ਉੱਥੇ ਉਹਦਾ ਨਾਮ, ਇੱਥੇ ਵੀ ਨਾਮ ਦੀ ਮਹਿਮਾ ਹੈ। ਤੇ ਨਾਮ ਹੈ ਕਿ ਆਪਾਂ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜ੍ਹਦੇ ਹੁੰਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ। ਇਸ ਕਰਕੇ ਆਪਾਂ ਨਾਮ ਰੂਪੀ ਜਹਾਜ਼ ਤੇ ਚੜ੍ਹਨ ਦਾ ਯਤਨ ਕਰੀਏ। ਉਹਦਾ ਇੱਕੋ ਇੱਕ ਤਰੀਕਾ ਸਿੱਖ ਸਾਰੇ ਗੱਜ ਕੇ ਬੋਲੋ, ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸਿਮਰਤ ਨਾਮ ਕੋਟ ਜਤਨ ਭਏ। ਜਤਨ ਦਾ ਅਰਥ ਕੀਤਾ ਸਾਧਨ। ਕਹਿੰਦੇ ਅਨੇਕਾਂ ਤਰ੍ਹਾਂ ਦੇ ਲੋਕੀ ਸਾਧਨ ਕਰਦੇ, ਕੋਈ ਧੂਣੀਆਂ ਤਾਉਂਦਾ, ਕੋਈ ਪੁੱਠਾ ਲਮਕਦਾ, ਕੋਈ ਜਲ ਧਾਰਾ ਕਰਦਾ ਹੈ, ਲੇਕਿਨ ਪਰਮੇਸ਼ਰ ਦਾ ਨਾਮ ਇੰਨਾ ਬਕੀਮਤਾ ਹੈ। ਤੋ ਉਸ ਪ੍ਰਮਾਤਮਾ ਦੇ ਨਾਮ ਦੀ ਇਬਾਦਤ ਕਰੇ, ਜਪੇ, ਤੇ ਸਾਰੇ ਦੇ ਸਾਰੇ ਵਿੱਚ ਆ ਜਾਣਗੇ। ਆ ਸਾਹਮਣੇ ਲਿਖਿਆ ਹੈ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰਮੁਖ ਭਾਈ ਭਾਈ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ। ਗੁਰੂ ਹੋਰ ਤੁਹਾਡੇ ਤੇ ਕਿਰਪਾ ਕਰੇ, ਇਹ ਸੁਖਮਨੀ ਸਾਹਿਬ ਦੀ ਬਾਣੀ ਹਿਰਦੇ ਵਿੱਚ ਵਸ ਜਾਏ। ਨਾਮ ਤੋਂ ਮੇਰੇ ਅੰਦਰ ਖਿਆਲ ਆਇਆ, ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀਆਂ ਗੁਰਮੁਖੋ 24 ਅਸ਼ਟਪਦੀਆਂ ਨੇ, 24 ਸ਼ਲੋਕ ਨੇ। ਹਰ ਅਸ਼ਟਪਦੀ ਦੇ ਵਿੱਚ 8-8 ਪੌੜੀਆਂ ਨੇ, ਔਰ ਇੱਕ ਇੱਕ ਪੌੜੀ ਵੀ 10-10 ਪੰਕਤੀਆਂ ਨੇ, ਲੇਕਿਨ ਰਾਓ ਇੱਕ ਹੈ। ਅਸ਼ਟਪਦੀਆਂ 24, ਸ਼ਲੋਕ 24, ਪੌੜੀਆਂ 8-8, ਪੰਕਤੀਆਂ 10-10, ਲੇਕਿਨ ਰਾਓ ਕਿੱਥੇ ਹੈ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ।
ਗੁਰਮੁਖਾ ਜੇ ਤੂੰ ਸੁੱਖਾਂ ਦੀ ਭਾਲ ਟਲਿਆ ਨਾ ਤੇ ਪ੍ਰਭੂ ਦੇ ਨਾਮ ਨਾਲ ਜੁੜਨਾ ਕਰ। ਪ੍ਰਭੂ ਦੇ ਨਾਮ ਨਾਲ ਸਾਡਾ ਸੁਭਾਅ ਤਰਕ ਵਾਲਾ ਹੈ। ਜਿਵੇਂ ਥੰਦੇ ਤੇ ਪਾਣੀ ਨਹੀਂ ਨਾ ਟਿਕਦਾ, ਸਾਨੂੰ ਕੋਈ ਗੱਲ ਕਹੇ ਤੇ ਅਸੀਂ ਸੁਣਨ ਨੂੰ ਤਿਆਰ ਨਹੀਂ, ਅਸੀਂ ਜਰ ਨਹੀਂ ਸਕਦੇ। ਭਾਈ ਸਾਹਿਬ ਤੁਸੀਂ ਕਹਿੰਦੇ ਨਾਮ ਜਪਿਆ ਕਰੋ, ਅਸੀਂ ਤਾਂ ਨਾਮ ਜਪਦੇ, ਸਾਡਾ ਬਣਿਆ ਕੱਖ ਨਹੀਂ। ਕਹਿੰਦੇ ਨਾਮ ਜਪੋ, ਨਾਮ ਤਾਂ ਦਿਨੇ ਰਾਤ ਜਪੀਦਾ ਹੈ, ਗੱਲ ਨਹੀਂ ਬਣੀ। ਇਹ ਸਾਡੀ ਤਰਕ ਹੈ। ਇਹ ਜਾ ਜਵਾਬ ਗੁਰਮੁਖੋ ਗੁਰੂ ਪੰਚਮ ਪਾਤਸ਼ਾਹ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਹੀ ਦਿੱਤਾ ਹੈ। ਉਸ ਗੁਰਬਾਣੀ ਦਾ ਨਾਮ ਹੈ ਦਿਨ ਰੈਣ। ਔਰ ਉਸ ਦਿਨ ਰੈਣ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਾਧਨਾਂ ਦੇ ਬਿੰਬ ਬਣਾ ਕਰਕੇ ਸਾਨੂੰ ਸਮਝਾਇਆ ਹੈ। ਇੱਕ ਪੰਕਤੀ ਹੈ, ਸੋਮਵਾਰ ਸਸ ਅੰਮ੍ਰਿਤ ਝਰੇ, ਚਾਖਤ ਬੇਗ ਸਗਲ ਬਿਖਰੇ। ਇਹ ਤੁਸੀਂ ਪੜ੍ਹ ਸਕਦੇ ਹੋ। ਇਹਦਾ ਅਰਥ ਇਹ ਕਰਦੇ ਨੇ ਵਿਦਵਾਨ ਵੀਰ, ਪੁੰਨਿਆਂ ਦੀ ਰਾਤ ਨੂੰ ਮਣੀ ਵਾਲੇ ਸੱਪ ਆਪਣੀ ਮਣੀ ਨੂੰ ਬਾਹਰ ਕੱਢ ਕੇ ਰੱਖਦੇ ਨੇ। ਮੈਂ ਬੇਨਤੀ ਕਰਨ ਲੱਗਾ ਵੀ ਆਪਾਂ ਕਹਿੰਦੇ ਨਾਮ ਜਪਦੇ ਗਿਆਨੀ ਜੀ, ਗੱਲ ਨਹੀਂ ਬਣੀ। ਬੜੀ ਚੰਗੀ ਗੱਲ ਹੈ ਗੁਰਮੁਖੋ ਨਾਮ ਜਪਦੇ, ਪਰ ਆਪਣੇ ਨਾਮ ਜਪਦਿਆਂ ਵਿੱਚ ਸਾਡੇ 'ਚ ਥੋੜੀ ਢਿਲਾਈ ਰਹਿ ਗਈ, ਕਮੀ ਰਹਿ ਗਈ। ਗੱਲ ਤਾਂ ਨਹੀਂ ਜੇ ਬਣੀ। ਉਹ ਕਮੀ ਕਾਹਦੀ? ਉਹਨਾਂ ਸੱਪਾਂ ਦੀਆਂ 3 ਕੈਟਾਗਰੀਆਂ ਦੱਸੀਆਂ ਨੇ। ਮਣੀ ਵਾਲੇ ਸੱਪ ਜਿਹੜੇ ਨੇ ਨਾ, ਜਿਵੇਂ ਆਪਣੇ ਸੁਭਾਅ ਹੁੰਦੇ ਨੇ, ਕੋਈ ਰਜੋ ਗੁਣੀ, ਕੋਈ ਤਮੋ ਗੁਣੀ, ਕੋਈ ਸਤੋ ਗੁਣੀ। ਜਿਹੜਾ ਚੌਧਰ ਦਾ ਭੁੱਖਾ ਹੈ ਉਹਨੂੰ ਕਹਿੰਦੇ ਰਜੋ ਗੁਣੀ। ਜਿਹੜਾ ਖਾਣ ਤੇ ਸੌਣ ਦਾ ਲਾਲਚੀ ਉਹਨੂੰ ਕਹਿੰਦੇ ਤਮੋ ਗੁਣੀ। ਤੇ ਜਿਹੜਾ ਸੇਵਾ ਤਾਂ ਕਰਦਾ ਹੈ ਲੇਕਿਨ ਸਾਥੂ ਨੂੰ ਕਹਿੰਦਾ ਵੀ ਗੁਰਮੁਖਾ ਮੇਰੀ ਫੋਟੋ ਲਾ ਕੇ ਤੇ ਮੇਰੀ ਭੈਣ ਨੂੰ ਸੈਂਡ ਕਰਦੇ, ਪਤਾ ਲੱਗੇ ਵੀ ਮੇਰਾ ਭਰਾ ਅੱਜ ਦਰਬਾਰ ਸਾਹਿਬ ਭਾਂਡੇ ਮਾਂਜਦਾ। ਬਾਟੀਆਂ 2 ਮਾਂਜੀਆਂ, ਫੋਟੋ ਕੈਨੇਡਾ 'ਚ ਪਹੁੰਚ ਗਈ ਮੇਰੀ ਭੈਣ ਨੂੰ ਵੀ ਭੈਣ ਜੀ ਅੱਜ ਮੈਂ ਦਰਬਾਰ ਸਾਹਿਬ 5 ਬਾਟੀਆਂ ਮਾਂਜੀਆਂ। ਇਹਨੂੰ ਕਹਿੰਦੇ ਨੇ ਸਤੋ ਗੁਣੀ। ਕੰਮ ਚੰਗਾ ਕਰਨਾ ਲੇਕਿਨ ਮੈਂ ਦੀ ਭਾਵਨਾ ਬਣੀ ਰਹਿਣੀ ਵੀ ਮੈਂ ਬੜਾ ਦਾਨੀ, ਮੈਂ ਬੜਾ ਗਿਆਨੀ, ਮੈਂ ਬੜਾ ਗੁਰਮੁਖ, ਤੇ ਪਵਾੜਾ ਦਾ ਸਾਰਾ ਮੈਂ ਦਾ ਹੈ। ਉਹਦੇ ਸੱਪ ਨੇ ਨਾ, ਇਹ ਮੈਂ ਤੁਹਾਨੂੰ ਇਹ ਨਾ ਕਿਹਾ ਵੀ ਮੈਂ ਨਾਵਲ ਤੋਂ ਸੁਣਾ ਰਿਹਾ ਜਾਂ ਨਾਲ ਜਾਂ ਟਾਈਮ ਪਾਸ ਕਰ ਲਈ। ਇਹ ਗੁਰੂ ਪੰਚਮ ਪਾਤਸ਼ਾਹ ਦੀ ਬਾਣੀ ਦੀ ਇੱਕ ਪੰਕਤੀ ਦੀ ਵਿਚਾਰ ਹੈ, ਸੋਮਵਾਰ ਸਸ ਅੰਮ੍ਰਿਤ ਝਰੇ, ਚਾਖਤ ਬੇਗ ਸਗਲ ਬਿਖਰੇ। ਉਹ ਜਿਹੜੇ 3 ਕੈਟਾਗਰੀਆਂ ਦੇ ਸੱਪ ਨੇ ਨਾ, ਚੰਦਰਮਾ ਦੀ ਰਾਤ ਨੂੰ ਚਾਨਣ ਹੁੰਦਾ ਹੈ ਤੇ ਗੁਰਦੇਵ ਦੇ ਕਹਿਣ ਦੇ ਮੁਤਾਬਕ ਚੰਦਰਮਾ ਦੀਆਂ ਰਿਸ਼ਮਾਂ ਜਦੋਂ ਮਣੀ ਤੇ ਪੈਂਦੀਆਂ ਤੇ ਉਹਦੇ ਵਿੱਚ ਅੰਮ੍ਰਿਤ ਸਿਮਦਾ ਹੈ। ਇੱਕ ਇਹੋ ਜਿਹੇ ਸੱਪ ਨੇ, ਜਦੋਂ ਉਹ ਮਣੀ ਚਮਕਦੀ ਹੈ ਨਾ, ਤੇ ਜਿਵੇਂ ਆਪਾਂ ਸਾਉਣ ਤੇ ਭਾਦੋਂ ਦੇ ਮਹੀਨੇ ਵਿੱਚ ਵੇਖਦੇ ਹਾਂ ਮੀਂਹ ਪੈਂਦਾ ਤੇ ਮੁੜ ਕੇ ਬਲਬ ਦੇ ਉੱਪਰ, ਟਿਊਬ ਦੇ ਉੱਪਰ ਭਮੱਕੜ ਆਉਂਦੇ ਨੇ, ਉੱਥੇ ਕੀੜੇ ਮਕੌੜੇ ਆਉਂਦੇ ਨੇ, ਤੇ ਉਹ ਸੱਪ ਉਹਨਾਂ ਕੀੜੇ ਮਕੌੜਿਆਂ ਨੂੰ ਖਾ ਕਰਕੇ ਤੇ ਰੱਜ ਕੇ ਕਹਿੰਦਾ ਵੀ ਅੱਜ ਤਾਂ ਐਨ ਸਵਾਦ ਆ ਗਿਆ, ਢਿੱਡ ਭਰ ਗਿਆ। ਉਹਨੂੰ ਇਹ ਨਹੀਂ ਪਤਾ ਇਸ ਮਣੀ ਦੀ ਮਹਾਨਤਾ ਕੀ ਹੈ, ਪਰ ਉਹਨੇ ਕੇਵਲ ਤੇ ਕੇਵਲ ਖਾਣ ਪੀਣ ਤੱਕ ਆਪਣੀ ਰਾਤ ਬਰਬਾਦ ਕਰ ਦਿੱਤੀ। ਇਹਦੇ ਤੋਂ ਭਾਵ ਆਪਾਂ ਦੁਨਿਆਵੀ ਲੋਕ ਬਾਣੀ ਤਾਂ ਪੜ੍ਹੀ ਪਰ ਕੇਵਲ ਤੇ ਕੇਵਲ ਦੁਨਿਆਵੀ ਲੋੜਾਂ ਦੇ ਨਾਲ ਸੀਮਤ ਰਹਿ ਗਏ ਵੀ ਮੈਨੂੰ ਆਹ ਮਿਲ ਜੇ, ਮੈਨੂੰ ਇਹ ਮਿਲ ਜਾਏ। ਦੂਜੀ ਕਿਸਮ ਦੇ ਸੱਪ ਨੇ, ਉਹਨਾਂ ਫਕਾਰੇ ਮਾਰੇ। ਫਕਾਰੇ ਮਾਰਨ ਦੇ ਨਾਲ ਜਿਹੜੀ ਉਹ ਮਿੱਟੀ ਸੀ ਉਸ ਮਣੀ ਤੇ ਪੈ ਗਈ, ਮਣੀ ਦੱਬੀ ਗਈ, ਟੱਕਰਾਂ ਮਾਰ ਮਾਰ ਕੇ ਸੱਪ ਮਰ ਗਿਆ, ਗੱਲ ਨਾ ਬਣੀ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਨਾ, ਭਮੱਕੜ ਖਾਣ ਤੱਕ ਅਸੀਂ ਕੇਵਲ ਤੇ ਕੇਵਲ
ਭਗਵਾਨ ਦਾ ਨਾਮ ਲੈ ਕਰਕੇ ਆਪਣੀ ਰੋਜੀ ਤੇ ਰੋਟੀ ਦਾ ਸਾਧਨ ਬਣਾ ਲਿਆ ਵੀ ਮੈਂ ਐਤਕੀ 2 ਟਾਈਮ ਤੇ ਕਥਾ ਕੀਤੀ, ਮੈਨੂੰ ਇੰਨੇ ਬਣ ਗਏ। ਕੇਵਲ ਤੇ ਕੇਵਲ ਵੇਖਿਆ ਵੀ ਕਥਾ ਤੇ ਕੀਰਤਨ ਕੀਤਾ ਤੇ ਮੈਨੂੰ ਕਿੰਨੇ ਬਣ ਗਏ। ਅਸੀਂ ਭੁੱਲ ਗਏ ਸਾਈਂ ਨਾਮ ਅਮੋਲ, ਕੀਮਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਬ ਰੰਗ ਮਾਣ ਦੋ। ਅਸਲੀ ਤਰੀਕਾ ਨਾਮ ਜਪਣ ਦਾ ਕੀ ਹੈ, ਸਾਨੂੰ ਲਾਭ ਕਿਵੇਂ ਹੋਵੇਗਾ। ਚੰਦਰਮਾ ਦੀਆਂ ਰਿਸ਼ਮਾਂ ਉਸ ਮਣੀ ਤੇ ਪਈਆਂ, ਮਣੀ ਚੋਂ ਅੰਮ੍ਰਿਤ ਸਿਮਿਆ ਔਰ ਸੱਪ ਨੇ ਉਸ ਮਣੀ ਨੂੰ ਚੱਟ ਕੇ ਤੇ ਆਪਣੀ ਜ਼ਹਿਰ ਨੂੰ ਖਤਮ ਕਰ ਲਿਆ। ਇਸੇ ਪ੍ਰਕਾਰ ਗੁਰਮੁਖੋ ਜਿਹੜੀ ਗੁਰੂ ਕੀ ਬਾਣੀ ਹੈ ਨਾ, ਉਸ ਮਣੀ ਵਰਗੀ ਹੈ। ਇਹਦੀ ਵਿਚਾਰ ਕਰਕੇ ਜਿਹੜੇ ਸਾਡੇ ਅੰਦਰ ਵਿਕਾਰਾਂ ਦਾ ਜ਼ਹਿਰ, ਇਹਨੂੰ ਮਾਰਨ ਦਾ ਯਤਨ ਕਰੀਏ, ਵਿਕਾਰਾਂ ਦਾ ਜ਼ਹਿਰ ਮਾਰਨ ਦਾ ਯਤਨ ਕਰੀਏ। ਇਸ ਕਰਕੇ ਮੇਰੇ ਗੁਰਦੇਵ ਨੇ ਆਰੰਭ ਦੀ ਪੰਕਤੀ 'ਚ ਫਰਮਾਇਆ ਹੈ, ਸਿਮਰਤ ਨਾਮ ਕੋਰ ਯਤਨ ਪੈ। ਕੋਈ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਗੁਰਮੁਖਾ ਤਮਾਮ ਸਾਧਨ ਜਿਹੜੇ ਨੇ ਇਹ ਵਿੱਚ ਹੀ ਆ ਜਾਣਗੇ। ਆਪਾਂ ਨਾਮ ਜਪਦੇ, ਮੈਨੂੰ ਇੱਕ ਦ੍ਰਿਸ਼ਟਾਂਤ ਸਾਹਮਣੇ ਆ ਗਿਆ। ਪੁਰਾਣੇ ਜ਼ਮਾਨੇ 'ਚ ਆਪਾਂ ਵਿਹੰਗਮ ਸ਼ਬਦ ਤੇ ਚੱਕਰਵਰਤੀ ਸ਼ਬਦ ਇਹ ਆਮ ਸੁਣਦੇ ਆ। ਇਹ ਚੱਕਰਵਰਤੀ ਮਹਾਤਮਾ ਨੇ ਅੱਜ ਇੱਥੇ, ਕੱਲ ਹੋਰ ਥਾਂ ਤੇ, ਪਰਸੋਂ ਹੋਰ ਥਾਂ ਤੇ ਚਲੇ ਗਏ, ਉਹਨਾਂ ਨੂੰ ਚੱਕਰਵਰਤੀ ਕਹਿੰਦੇ ਆ। ਦੂਜਾ ਲਫ਼ਜ਼ ਅਸੀਂ ਕਹਿੰਦੇ ਵਿਹੰਗਮ। ਵਿਹੰਗਮ ਦਾ ਵਿਹੰਗ ਕਹਿੰਦੇ ਪੰਛੀ ਨੂੰ। ਜਿਵੇਂ ਪੰਛੀ ਅੱਜ ਐਸ ਟਾਹਣੀ ਤੇ ਕੱਲ ਨੂੰ ਉਸ ਟਾਹਣੀ ਤੇ, ਮਹਾਤਮਾ ਜਨ ਇੱਕ ਥਾਂ ਤੇ ਟਿਕਦੇ ਨਹੀਂ ਸਨ ਤੇ ਉਹ ਵਿਚਰਦੇ ਰਹਿੰਦੇ। ਸਾਡੀ ਹਿੰਦੁਸਤਾਨ 'ਚ ਇੱਕ ਪਰੰਪਰਾ ਸੀ, ਰਿਵਾਜ ਸੀ, ਜਦੋਂ ਸਾਉਣ ਭਾਦੋਂ ਦਾ ਮਹੀਨਾ ਆ ਜਾਂਦਾ, ਉਹ ਵਿਹੰਗਮ ਲੋਕ, ਉਹ ਚੱਕਰਵਰਤੀ ਪਰਮੇਸ਼ਰ ਦੇ ਪਿਆਰੇ ਇੱਕ ਥਾਂ ਤੇ ਟਿਕ ਜਾਂਦੇ ਸਨ। ਮੈਂ ਇਹ ਬੇਨਤੀਆਂ ਤੁਹਾਨੂੰ ਤਾਂ ਕਰਨੇ ਆ, ਸਾਨੂੰ ਆਮ ਕਰਕੇ ਸਾਡੀਆਂ ਭੈਣਾਂ ਵੀਰ, ਸਾਡੇ ਵੱਡੇ ਛੋਟੇ ਤਕਰੀਬਨ ਇਹ ਸਵਾਲ ਕਰਦੇ ਰਹਿੰਦੇ ਨੇ, ਭਾਵੇਂ ਦਿਹਾੜੀ 'ਚ 1 ਮਿੰਟ ਤੇ ਭਾਵੇਂ 4। ਗਿਆਨੀ ਤੁਸੀਂ ਕਹਿੰਦੇ ਬਾਣੀ ਪੜੋ, ਨਾਮ ਜਪੋ, ਸਾਡਾ ਤਾਂ ਬਣਿਆ ਕੁਝ ਨਹੀਂ। ਗੁਰਮੁਖਾ ਭੁਲੇਖਾ ਤੈਨੂੰ, ਬਣਿਆ ਬੜਾ ਕੁਛ ਹੈ। ਸਾਹਮਣੇ ਸੂਰਜ ਚਮਕਦਾ ਪਰ ਤੇਰੀਆਂ ਅੱਖਾਂ ਮੀਟੀਆਂ ਨੇ, ਤੈਨੂੰ ਬੋਧ ਨਹੀਂ। ਨਾਮ ਜਪਿਆ ਪਰ ਤਰੀਕਾ ਗਲਤ ਸੀ। ਕਿਹੜਾ? ਉਹ ਮਹਾਤਮਾ ਵਿਚਰ ਰਹੇ ਨੇ ਇੱਕ ਬਾਗ ਦੇ ਨਾਲ, ਵੱਡੇ ਵੱਟ ਜਾ ਰਹੇ ਤੇ ਬਾਗ ਦੀ ਮਾਲਕ ਦੀ ਨਿਗਾਹ ਪੈ ਗਈ। ਉਹਨੇ ਆਵਾਜ਼ ਮਾਰ ਕੇ ਬੇਨਤੀ ਕੀਤੀ, ਬਾਬਾ ਜੀ ਤੁਸੀਂ ਆ ਚਮਾਸਾ ਕੱਟਣਾ ਹੈ ਤੇ ਮੇਰੇ ਤੇ ਕਿਰਪਾ ਕਰੋ। ਭਗਵਾਨ ਨੇ ਬਹਾਨਾ ਬਣਾਇਆ, ਤੁਸੀਂ ਮੇਰੇ ਬਾਗ ਵਿੱਚ ਆਪਣਾ ਠਹਿਰਾ ਕਰੋ ਤੇ ਤੁਹਾਡੀ ਸੰਗਤ ਦਾ ਮੈਨੂੰ ਲਾਭ ਹੋ ਜਾਏਗਾ। ਅਸੀਂ ਗ੍ਰਸਥ ਵਿੱਚ ਝਗੜੇ ਲੋਕ ਹਾਂ ਤੇ ਹੋ ਸਕਦਾ ਸਾਡਾ ਜੀਵਨ ਸਫਲਾ ਹੋ ਜਾਏ। ਤੁਸੀਂ ਤਾਂ ਕਿਤੇ ਰਹਿਣਾ ਹੀ ਆ ਨਾ। ਮਹਾਤਮਾ ਨੇ ਉਸ ਕਿਸਾਨ ਦੀ, ਜ਼ਿਮੀਂਦਾਰ ਦੀ, ਬਾਗ ਵਾਲੇ ਦੀ ਗੱਲ ਮੰਨ ਲਈ ਔਰ ਉਸ ਬਾਗ ਦੇ ਮਾਲਕ ਨੇ ਇੱਕ ਤੋਤਾ ਪਾਲਿਆ ਸੀ, ਤੋਤਾ, ਰਾਹ ਤੋਤਾ। ਔਰ ਉਹਨੂੰ ਆਮ ਕਰਕੇ ਜਿਹੜੇ ਰਾਹ ਤੋਤਿਆਂ ਵਾਲੇ ਨੇ, ਉਹ ਉਹਨਾਂ ਨੂੰ ਰਾਮ ਰਾਮ ਕਹਿਣਾ ਸਿਖਾ ਦਿੰਦੇ ਨੇ। ਜਦੋਂ ਬਾਬਾ ਆਇਆ ਨਾ ਤੇ ਤੋਤਾ ਹੱਸ ਕੇ ਕਹਿਣ ਲੱਗਾ, ਉਹ ਦਿਨ ਦੀ ਠੱਗੋ। ਮਹਾਤਮਾ ਨੇ ਇੱਕਦਮ ਮੂੰਹ ਚੱਕ ਕੇ ਆਖਿਆ ਵੀ ਗੰਗਾ ਰਾਮਾ ਕਿਵੇਂ ਬੜਾ ਨਾਰਾਜ਼ ਜਾਪਦਾ ਭਰਿਆ, ਜੇ ਤੈਨੂੰ ਨਹੀਂ ਚਾਹੁੰਦੇ ਤੇ ਅਸੀਂ ਅੱਗੇ ਚਲੇ ਜਾਂਦੇ ਹਾਂ। ਕਹਿਣ ਲੱਗਾ, ਬਾਬਾ ਜੀ ਸੱਚ ਸੁਣਨਾ ਔਖਾ ਬੜਾ ਹੈ। ਕਹਿੰਦੇ ਕਿਵੇਂ? ਆਖੇ ਤੁਸੀਂ ਕਹਿੰਦੇ ਵੀ ਰਾਮ ਦਾ ਨਾਮ ਜਪਣ ਕਰਕੇ ਬੰਦਾ ਮੁਕਤ ਹੋ ਜਾਂਦਾ ਹੈ ਤੇ ਮੈਂ 3 ਸਾਲਾਂ ਦਾ, ਮੈਂ 3 ਸਾਲਾਂ ਤੋਂ ਦਿਨੇ ਰਾਤ ਰਾਮ ਨਾਮ ਜਪਦਾ, ਪਰ ਮੇਰਾ ਤਾਂ ਪਿੰਜਰਾ ਨਹੀਂ ਟੁੱਟਾ ਤੇ 84 ਦਾ ਗੇੜਾ ਕਿਵੇਂ ਮੁੱਕ ਜਾਏਗਾ? ਬਰੀਕ ਬਰੀਕ ਤਾਰਾਂ ਨੇ ਤੇ 3 ਸਾਲ ਮੈਨੂੰ ਹੋ ਗਏ ਨੇ, ਮੈਂ ਦਿਨੇ ਰਾਤ ਰਾਮ ਨਾਮ ਜਪਦਾ ਤੇ ਲੋਹੇ ਦੀਆਂ ਨਿੱਕੀਆਂ ਜੀਆਂ ਪਤਲੀਆਂ ਤਾਰਾਂ ਨੇ ਟੁੱਟੀਆਂ ਤੇ ਜਮਾ ਦਾ ਗੇੜਾ ਕਿਵੇਂ ਮੁੱਕ ਜਾਏਗਾ? 84 ਕਿਵੇਂ ਕੱਟੀ ਜਾਏਗੀ? ਗੁਰਮੁਖੋ,
ਰੱਬ ਦੇ ਪਿਆਰੇ ਸੱਚਖੰਡ ਭੇਟਦੇ ਨਹੀਂ, ਪਹੁੰਚਾ ਕੇ ਨਹੀਂ ਆਉਂਦੇ। ਇੱਕ ਜੁਗਤੀ ਦੱਸਦੇ, ਜਿਹਨੇ ਜੁਗਤੀ ਨੂੰ ਗ੍ਰਹਿਣ ਕਰ ਲਿਆ ਉਹਦੀ ਮੰਜ਼ਿਲ ਤੈਅ ਹੋ ਗਈ। ਮਹਾਤਮਾ ਸਨ, ਗੁੱਸਾ ਨਹੀਂ ਕੀਤਾ ਤੇ ਕਹਿਣ ਲੱਗੇ, ਗੰਗਾ ਰਾਮਾ ਬੜਾ ਪਰੇਸ਼ਾਨ ਜਾਪਦਾ ਹੈ, ਤੈਨੂੰ ਬੇਨਤੀ ਕਰਨੀ। ਕਹਿੰਦੇ, ਦੱਸ ਬਾਬਾ। ਕਹਿੰਦੇ, ਇਉਂ ਕਰ, ਅੱਜ ਸ਼ਾਮ ਨੂੰ ਸਾਰਾ ਦਿਨ ਅੱਜ ਰਾਮ ਰਾਮ ਦਾ ਨਾਮ ਜਪਣਾ ਤੇ ਸ਼ਾਮ ਨੂੰ ਮੁੜ ਕੇ ਦੜ ਵੜ ਕੇ ਤੇ ਪਿੰਜਰੇ ਵਿੱਚ ਡਿੱਗ ਪਈ। ਜਦੋਂ ਤੇਰਾ ਮਾਲਕ ਚੋਰੀ ਲੈ ਕੇ ਆਵੇਗਾ ਉਦੋਂ ਉੱਠੀ ਨਾ, ਤੇ ਬਾਕੀ ਦੀਆਂ ਗੱਲਾਂ ਭਲਕੇ ਦੁਪਹਿਰੇ ਕਰਾਂਗੇ, ਕਿਉਂਕਿ ਆਪਣੇ ਕੋਲ ਖੁੱਲਾ ਟਾਈਮ ਹੋ ਜਾਣਾ ਮੁੜ ਕੇ। ਮਹਾਤਮਾ ਦੀ ਦੱਸੀ ਜੁਗਤੀ ਦੇ ਮੁਤਾਬਕ ਤੋਤੇ ਨੇ ਸਾਰਾ ਦਿਨ ਰਾਮ ਰਾਮ ਜਪਿਆ, ਰਾਤ ਨੂੰ ਦੜ ਵੱਟੀ। ਤੋਤੇ ਦਾ ਮਾਲਕ ਚੋਰੀ ਲੈ ਕੇ ਆਇਆ ਤੇ ਉਹਨੇ ਆਣ ਕੇ ਲਾਇਆ ਵੀ ਗੰਗਾ ਰਾਮ ਤਾਂ ਬੋਲਦਾ ਨਹੀਂ, ਮਰ ਗਿਆ। ਕਹਿਣ ਲੱਗਾ ਵੀ ਕੀੜੀਆਂ ਨਾ ਚੜ ਜਾਣ, ਕਿਉਂਕਿ ਮਰ ਗਿਆ ਤੋਤਾ ਤੇ ਇਹਨੂੰ ਕੀੜੀਆਂ ਨੇ ਚੰਬੜ ਜਾਣਾ। ਪਿੰਜਰਾ ਖੋਲਿਆ, ਤੋਤੇ ਨੂੰ ਫੜ ਕੇ ਵਗਾ ਕੇ ਸੁੱਟਿਆ ਤੇ ਤੋਤਾ ਅੰਬ ਦੀ ਟਾਹਣੀ ਉੱਪਰ। ਸੰਤ ਹੱਸ ਪਏ, ਕਹਿੰਦੇ, ਗੰਗਾ ਰਾਮਾ ਬੜਾ ਗੁਸੈਲਾ ਸੈਂ ਤੂੰ, ਮੈਂ ਤੈਨੂੰ ਬੇਨਤੀ ਕੀਤੀ, ਸੁਣਾ, ਬਣੀ ਨਹੀਂ ਗੱਲ। ਕਹਿੰਦਾ, ਬਾਬਾ ਜੀ ਕਿਵੇਂ? ਕਹਿੰਦਾ ਕਿ ਚੋਰੀ ਲਈ ਜਪਦਾ ਸਾਂ, ਅੱਜ ਮੁਕਤ ਹੋਣ ਲਈ ਜਪਿਆ ਤੇ ਵੇਖਿਆ ਤਾਰਾਂ ਪਾਸੇ ਹੋਈਆਂ ਕਿ ਨਹੀਂ। ਮਾਫ ਕਰਨਾ, ਬਾਣੀ ਪੜ੍ਹਦੇ ਆ, ਸੇਵਾ ਕਰਦੇ ਆ, ਪਰ ਆਪਾਂ ਚੋਰੀ ਲਈ ਕਰਦੇ, ਪਿੰਜਰੇ ਚੋਂ ਮੁਕਤ ਹੋਣ ਲਈ ਨਹੀਂ ਕਰਦੇ। ਆਪਾਂ ਚੋਰੀ ਲਈ ਕਰਦੇ, ਆਹ ਮਿਲ ਜਾਏ, ਉਹ ਮਿਲ ਜਾਏ। ਇੱਕ ਗੱਲ ਯਾਦ ਰੱਖਿਆ ਜੇ, ਸਾਡੇ ਬਜ਼ੁਰਗ ਸ਼ੇਰ ਬੋਲਦੇ ਸਨ ਬੜਾ ਪਿਆਰਾ, ਜਬ ਦਾंत न थे तब दूध दियो, जब दांत दिए क्या अन्न ना दे है। ਸਾਡੇ ਦੰਦ ਨਹੀਂ ਸਨ, ਸਾਡੀ ਮਾਂ ਦੇ ਰਾਹੀਂ ਪ੍ਰਮਾਤਮਾ ਨੇ ਸਾਨੂੰ ਦੁੱਧ ਦਿੱਤਾ। ਇੱਕ ਲਫ਼ਜ਼ ਅਸੀਂ ਅੰਗਰੇਜ਼ੀ ਵਿੱਚ ਸੁਣਦੇ ਹਾਂ, ਪਾਰਸ਼ੈਲਿਟੀ, ਪੱਖਪਾਤ। ਆਪਾਂ ਬੰਦੇ ਪੱਖਪਾਤ ਕਰਦੇ ਹਾਂ, ਪਰ ਭਗਵਾਨ ਪੱਖਪਾਤ ਨਹੀਂ ਜੀ ਕਰਦਾ, ਉਹਦੀ ਕਾਣੀ ਵੰਡ ਨਹੀਂ। ਕਿਉਂ? ਤਜਰਬਾ ਕਰਕੇ ਵੇਖਣਾ। ਸਾਦੀ ਜੀ ਗੱਲ ਮੈਂ ਕਹਿਣ ਲੱਗਾ, ਡੂੰਘੀ ਨਹੀਂ। ਇੱਕ ਮਾਂ ਅਮੀਰ ਹੈ, ਉਹ ਕਾਜੂ ਖਾਂਦੀ ਹੈ, ਅਖਰੋਟ ਖਾਂਦੀ ਹੈ, ਬਦਾਮਾਂ ਦੀਆਂ ਗਿਰੀਆਂ ਖਾਂਦੀ ਹੈ। ਇੱਕ ਮਾਂ, ਉਹਦਾ ਗੁਜ਼ਾਰਾ ਨਹੀਂ ਚੱਲਦਾ, ਉਹ ਝੌਂਪੜੀ 'ਚ ਰਹਿੰਦੀ ਹੈ, ਸੜਕ ਤੇ ਰੋੜੀ ਢੋਂਦੀ ਹੈ। ਦੋਵਾਂ ਮਾਵਾਂ ਦੇ ਰਾਹੀਂ ਦੋ ਦਾਉਂਦਾ, ਤੇ ਇਹ ਨਹੀਂ ਵੀ ਜਿਹੜੀ ਬਦਾਮ ਖਾਂਦੀ ਉਹ 'ਚ ਵਿਟਾਮਿਨ ਜ਼ਿਆਦਾ ਤੇ ਦੂਜੀ ਵਿੱਚ ਘੱਟ। ਇੱਕ ਮਾਂ ਨੇ ਰੁੱਖੀ ਰੋਟੀ ਖਾਧੀ, ਇੱਕ ਨੇ ਅਖਰੋਟ ਖਾਧੇ, ਬਦਾਮ ਖਾਧੇ ਤੇ ਸੌਗੀ ਖਾਧੀ। ਦੁੱਧ ਉਹਦੇ ਵਿੱਚ ਵੀ ਉਹ ਤਾਕਤ, ਤੇ ਜਿਹੜੀ ਰੋਟੀ ਗਰੀਬਣੀ ਖਾਂਦੀ ਹੈ ਸੁੱਕੀ, ਉਹਦੇ ਵਿੱਚ ਵੀ ਉਹ ਤਾਕਤ। ਇਹ ਰੱਬ ਦੇ ਰੰਗ ਨੇ। ਬੜੀ ਸਾਦੀ ਜੀ ਉਦਾਹਰਨ ਦਿੱਤੀ, ਇਹਨੂੰ ਅਸੀਂ ਸਮਝ ਸਕਦੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਰ ਦਾ ਨਾਮ ਜਪਣ ਕਰਕੇ ਗੁਰਮੁਖਾ ਸਾਰੇ ਦੇ ਸਾਧਨ ਆਪਣੇ ਆਪ ਹੀ ਵਿੱਚ ਆ ਜਾਣਗੇ। ਪਰ ਇਉਂ ਕਰ, ਸਾਧ ਸੰਗ ਮਿਲ ਹਰ ਗੁਣ ਗਾਏ। ਸਾਧ ਦਾ ਭਾਵ ਹੁੰਦਾ ਗੁਰਮੁਖੋ ਜਿਨ੍ਹਾਂ ਆਪਣੇ ਆਪ ਨੂੰ ਸਾਧਿਆ। ਇਹਦਾ ਆਮ ਬੋਲੀ 'ਚ ਮਹਾਤਮਾ ਨੇ ਇੱਕ ਸ਼ਬਦ ਬਣਾਇਆ, ਬਾਣੀ ਦਾ ਨਹੀਂ ਪਰ ਪ੍ਰਚਲਿਤ ਹੈ। ਸਾਧ ਵਹੀ ਜਗ ਜਾਣੀਏ, ਜਾਂ ਕੇ ਨਾਹੇ ਉਪਾਦ ਮਨ। ਜਿਹਦੇ ਮਨ ਵਿੱਚ ਉਪਾਧੀ ਨਹੀਂ ਨਾ, ਭਾਵੇਂ ਹਿੰਦੂ ਹੈ, ਇਹ ਤਾਂ ਵੱਖਰੀ ਗੱਲ ਵੀ ਆਪਾਂ ਲਕੀਰਾਂ ਮਾਰੀ ਜਾਂਦੇ ਵੀ ਹਿੰਦੂ, ਇਹ ਸਿੱਖ, ਇਹ ਮੁਸਲਮਾਨ। ਅੱਜ ਮੈਂ ਬਹੁਤ ਪ੍ਰਭਾਵਿਤ ਹੋਇਆ ਜਦੋਂ ਮੈਂ ਮੱਥਾ ਟੇਕਣਾ ਨਾ ਦਰਬਾਰ ਸਾਹਿਬ ਡਿਊਟੀ ਤੇ ਹੁਣ ਆਇਆ, ਜਿਹੜਾ ਉਹ ਪੰਚਮ ਪਾਤਸ਼ਾਹ ਦਾ ਪਾਵਨ ਸਥਾਨ ਹੈ ਮੰਜੀ ਸਾਹਿਬ। ਇਹ ਅੱਜ ਦੀ ਗੱਲ ਜੇ ਮੈਂ ਉੱਥੇ ਇੱਕ ਹਿੰਦੂ ਭਰਾ ਵੇਖਿਆ, ਬਿਲਕੁਲ ਸਾਦਾ ਜਿਹਾ, ਅੰਦਰ ਗੁਰੂ ਕੇ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਨ ਤੇ ਉਹ ਨਾਲ ਨਾਲ ਆਸਾ ਦੀ ਵਾਰ ਦੀਆਂ ਪੰਕਤੀਆਂ ਪੜ੍ਹੇ। ਅੱਜ ਦੀ ਗੱਲ ਮੈਂ ਵੇਖ ਕੇ ਦੰਗ ਹੋ ਗਿਆ ਤੇ ਮੈਂ ਸਿਰ ਝੁਕਾਇਆ। ਮੈਂ ਕਿਹਾ ਵੀ ਸਾਨੂੰ ਲੇਬਲ ਸਿੱਖੀ ਦਾ ਲੱਗਾ ਤੇ ਸਾਨੂੰ ਆਸਾ ਦੀ ਵਾਰ ਦਾ ਇੱਕ ਛੱਗਾ ਨਹੀਂ ਆਉਂਦਾ ਤੇ ਆਪਾਂ ਕਹਿਣਾ ਫਲਾਨਾ ਹੈ। ਮੈਂ ਉਸ ਵੀਰ ਤੋਂ ਸਦਕੇ ਜਾਣਾ, ਮੈਂ ਜਾਣਦਾ ਨਹੀਂ। ਕਹਿਣ ਤੋਂ ਭਾਵ ਇਹ ਹੈ ਗੁਰਮੁਖੋ,
ਸਾਧ ਤੋਂ ਲਫ਼ਜ਼ ਆਇਆ ਚੇਤੇ, ਸਾਧ ਵਹੀ ਜਗ ਜਾਣੀ ਜਾ ਕੇ ਨਾ ਉਪਾਦ ਮਨ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਸਾਧ ਨਾਮ ਨਿਰਮਲ ਤਾਂ ਕੇ ਕਰਮ। ਸਾਧ ਦੀ ਵਿਆਖਿਆ ਜਿਹਦੇ ਕੰਮਾਂ 'ਚ ਮੈਲ ਨਾ ਹੋਵੇ, ਮੈਲ, ਉਹਨੂੰ ਸਾਧ ਕਹਿੰਦੇ ਹਨ। ਤੇ ਉਹਨੂੰ ਇੰਨਾ ਮਹਾਨ ਲਿਖਿਆ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਧ ਮਿਲਦਾ ਨਹੀਂ, ਪਰ ਜੇ ਕਿਤੇ ਮਿਲ ਜਾਏ ਨਾ ਤੇ ਉਹਨੂੰ ਵੇਖਦੇ ਅਨੁਸਾਰ ਤੇਰੇ ਦੁੱਖ ਟੁੱਟ ਜਾਣਗੇ। ਹਾਲ ਕਹਿੰਦੇ ਨੇ ਦੁੱਖ ਨੂੰ, ਨਿਹਾਲ ਤੋਂ ਭਾਵ ਦੁੱਖਾਂ ਤੋਂ ਰਹਿਤ ਹੋ ਜਾ। ਇਹ ਨਹੀਂ ਵੀ ਉਹ ਨਿੱਕੀਆਂ ਲਾਚੀਆਂ ਕਰਕੇ ਦੇਵੇ, ਤੈਨੂੰ ਤਾਗਾ ਬਣਾ ਕੇ ਦੇਵੇ, ਕੋਈ ਤੈਨੂੰ ਫੂਕਾਂ ਮਾਰੇ, ਉਹ ਸਾਧ ਨਹੀਂ। ਉਹਦੇ ਅੰਦਰ ਨਾਮ ਵਸਦਾ ਹੈ, ਉਹਨੂੰ ਵੇਖਦਿਆਂ ਸਾਰ ਤੇਰੇ ਦੁੱਖ ਟੁੱਟ ਜਾਣਗੇ। ਉਹੋ ਜਿਹੇ ਗੁਰਮੁਖਾਂ ਦੇ ਨਾਲ ਸਾਧ ਸੰਗ ਮਿਲ ਹਰ ਗੁਣ ਗਾਏ। ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਨਾ, ਉਹਨਾਂ ਨਾਲ ਮਿਲ ਕਰਕੇ ਪਰਿਪੂਰਨ ਪ੍ਰਮਾਤਮਾ ਜੋ ਹਰ ਥਾਂ ਤੇ ਵਿਆਪਕ ਹੈ, ਉਹਦੇ ਗੁਣ, ਉਹਦੀਆਂ ਵਡਿਆਈਆਂ ਗਾਉਣਾ ਕਰ। ਜਮਦੂਤਨ ਕੋ ਤਰਾਸ ਅਹੇ। ਅਸੀਂ ਫਿਰ ਸ਼ੰਕਾ ਕੀਤਾ ਵੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤੁਸੀਂ ਵਾਰ-ਵਾਰ ਨਾਮ ਦੀ ਗੱਲ ਕਰਦੇ ਹੋ, ਤੇ ਇਹਦੇ ਨਾਲ ਕੀ ਹੋਏਗਾ? ਸਤਿਗੁਰੂ ਪਾਤਸ਼ਾਹ ਨੇ ਬਹੁਤ ਵੱਡੀ ਗੱਲ ਕਹੀ ਹੈ। ਉਹ ਕਹਿੰਦੇ ਗੁਰਮੁਖਾ ਲੋਕੀ ਜਮਰਾਜੇ ਤੋਂ ਡਰਦੇ ਨੇ ਨਾ, ਜਮਰਾਜੇ ਤੋਂ, ਜਮਰਾਜਾ ਤੇਥੋਂ ਡਰੇਗਾ। ਇਸ ਪੰਕਤੀ ਦਾ ਅਰਥ ਹੈ ਜੇ ਜਿਹੜਾ ਜਮਦੂਤ ਹੈ ਨਾ, ਮੌਤ ਦਾ ਫਰਿਸ਼ਤਾ, ਉਹ ਤੇਥੋਂ ਡਰੇਗਾ। ਆਪਾਂ ਰਾਤ ਨੂੰ ਕੀਰਤਨ ਸੋਹਲੇ ਦੇ ਪਾਠ ਤੋਂ ਪਹਿਲਾਂ ਸ਼ਲੋਕ ਪੜ੍ਹਦੇ ਹਾਂ, ਚੇਤੇ ਕਰੋ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟੇ, ਨਿਕਟ ਨਾ ਜਾਈਓ ਦੂਤ। ਇਹ ਜਮ ਰਾਜਾ ਕਹਿੰਦਾ ਵੀ ਜਿੱਥੇ ਰੱਬ ਦੇ ਪਿਆਰੇ ਹੋਣ, ਜਿੱਥੇ ਹਰੀ ਦੀ ਵਡਿਆਈ ਹੋਵੇ ਨਾ, ਮੈਂ ਤੁਹਾਨੂੰ ਬੇਨਤੀ ਕਰਦਾ ਮਿੱਤਰੋ ਉੱਥੇ ਨਾ ਜਾਇਆ ਜੇ। ਇਹ ਧਰਮ ਰਾਜਾ ਆਪਣੇ ਅਹਿਲਕਾਰਾਂ ਸਾਥੀਆਂ ਨੂੰ ਕਹਿੰਦਾ ਵੀ ਉੱਥੇ ਨਾ ਜਾਇਆ ਜੇ। ਤੇ ਵਿੱਚ ਸ਼ਰਾਰਤੀ ਵੀ ਹੁੰਦੇ ਨੇ। ਇੱਕ ਵਿੱਚ ਉਹ ਕਹਿਣ ਲੱਗਾ ਵੀ ਜੇ ਚਲੇ ਗਏ ਤੇ ਕੀ ਹੋਵੇਗਾ? ਅੱਗੋਂ ਧਰਮ ਰਾਜਾ ਕਹਿੰਦਾ ਵੀ ਨਾ ਤੁਹਾਡਾ ਛੁਟਕਾਰਾ ਤੇ ਨਾ ਮੇਰਾ ਛੁਟਕਾਰਾ, ਮਾਰੇ ਜਾਵਾਂਗੇ। ਇਹ ਹੈ ਨਾਮ ਦੀ ਵਡਿਆਈ। ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਹਰੀ ਦੀ ਵਡਿਆਈ ਕੀਤੀ ਹੈ ਨਾ, ਜਮ ਰਾਜਾ ਵੀ ਉਹਨਾਂ ਤੋਂ ਡਰਦਾ ਹੈ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਜੇਤੇ ਪੁਨਹ ਚਰਨ ਸੇ ਕੀਨੇ, ਹਾਂਜੀ, ਮਨ ਤਨ ਪ੍ਰਭ ਕੇ ਚਰਨ ਗਹੇ। ਕਹਿੰਦੇ ਉਹ ਗੁਰਮੁਖ ਜਾਨ ਜਿਹੜੇ ਮਨ ਕਰਕੇ ਤੇ ਤਨ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ ਨੇ ਨਾ, ਜਿਵੇਂ ਪੰਜਾਬੀ ਦੀ ਕਾਮ ਕਹਾਵਤ ਵੀ ਹਾਥੀ ਦੇ ਪਾਉ ਵਿੱਚ ਸਾਰੇ ਪਾਉ ਆ ਜਾਂਦੇ ਹਨ। ਹਜ਼ੂਰ ਕਹਿੰਦੇ ਵੀ ਜਿਨ੍ਹਾਂ ਪਰਮੇਸ਼ਰ ਦੇ ਚਰਨ ਪਕੜਦੇ ਨੇ, ਪਰਮੇਸ਼ਰ ਦਾ ਨਾਮ ਲੈਂਦੇ ਨੇ ਨਾ, ਪੁਨੇ ਚਰਨ ਤੋਂ ਭਾਵ ਦਾ ਪ੍ਰਾਸ਼ਚਿਤ, ਜਿਹਨੂੰ ਸਾਡੇ ਹਿੰਦੂ ਮਾਫ ਕਰਨਾ, ਮੁਸਲਮਾਨ ਤੇ ਸਾਈ ਭਰਾ ਕਹਿੰਦੇ ਨੇ ਤੋਬਾ ਕਰਨੀ। ਹਿੰਦੂ ਧਰਮ ਦੇ ਵਿੱਚ ਉਹਨੂੰ ਕਹਿੰਦੇ ਨੇ ਪ੍ਰਾਚਿਤ ਕਰਨਾ। ਪ੍ਰਾਚਿਤ ਸੰਸਕ੍ਰਿਤ ਦਾ ਲਫ਼ਜ਼ ਹੈ। ਤੇ ਜਿਵੇਂ ਆਪਾਂ ਸਿੱਖ ਧਰਮ ਦੇ ਵਿੱਚ ਸਾਥੋਂ ਗਲਤੀ ਹੁੰਦੀ ਹੈ, ਅਸੀਂ ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋ ਕਰਕੇ ਤੇ ਤਨਖਾਹ ਲਾਉਣੀ, ਉਹਨੂੰ ਇਹ ਪ੍ਰਾਚਿਤ ਕਹਿੰਦੇ, ਉਹਨੂੰ ਪੁਨੇ ਚਰਨ ਕਹਿੰਦੇ। ਜੇ ਤਨਖਾਹ ਲਾਉਣੀ ਨੂੰ ਪੁਨੇ ਚਰਨ, ਜਿਹੜੇ ਪਰਮੇਸ਼ਰ ਦੇ ਚਰਨ ਗ੍ਰਹਿਣ ਨਾਮ ਜਪਣਾ ਨਾ ਗੁਰਮੁਖਾ, ਇਹਦੇ 'ਚ ਆਪਣੇ ਆਪ ਹੀ ਪਛਤਾਵਾ ਕਰਨ ਦੇ ਨਾਲ ਸਾਰਾ ਕੁਝ ਹੋਵੇਗਾ। ਕਿਉਂਕਿ ਗਲਤੀ ਨੂੰ ਮੰਨਣਾ ਬੜਾ ਔਖਾ ਹੈ। ਜਦੋਂ ਆਪਾਂ ਪੇਸ਼ ਹੋਣੇ ਤੇ ਆਪਾਂ ਕਹਿੰਦੇ ਜੀ ਮੈਂ ਗਲਤੀ ਕੀਤੀ, ਮੇਰੇ ਤੇ ਕਿਰਪਾ ਕਰੋ। ਗਲਤੀ ਨੂੰ ਸਵੀਕਾਰ ਕਰਨਾ ਇੱਕ ਬਹੁਤ ਵੱਡੀ ਗੱਲ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਜਨ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ, ਗਲਤੀ ਮੰਨ ਲਈ, ਆਵਨ ਜਾਨ ਪਰਮ ਭਉ ਨਾਠਾ। ਫੇਰ ਜਿਹੜਾ ਆਉਣ ਤੇ ਜਾਣ ਦਾ ਚੱਕਰ ਇਹ ਖਤਮ ਹੋ ਗਿਆ। ਜਿਹੜੇ ਕਈ ਤਰ੍ਹਾਂ ਦੇ ਆਪਾਂ ਨੂੰ ਭਰਮ ਪਏ ਨੇ, ਆਪਾਂ ਡਰੀ ਜਾਂਦੇ ਵੀ ਪਤਾ ਨਹੀਂ ਕੀ ਹੋ ਜਾਏਗਾ। ਮੇਰੇ ਪਾਤਸ਼ਾਹ ਕਹਿੰਦੇ ਫਿਰ ਜਿਹੜਾ ਤੇਰੇ ਅੰਦਰ ਭੈ ਤੇ ਵਹਿਮ ਨੇ ਨਾ, ਇਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ।
ਆਉਣ ਜਾਣ ਦਾ ਗੇੜਾ ਮੁੱਕ ਜਾਏਗਾ। ਜਨਮ ਜਨਮ ਕੇ ਕਿਲ ਵਿਖ ਦਹੇ। ਗੱਲ ਇੱਥੇ ਨਹੀਂ ਮੁੱਕੀ, ਕਈ ਜਨਮਾਂ ਦੇ ਕੀਤੇ ਹੋਏ ਪਾਪ ਸੜ ਜਾਣਗੇ। ਕਿਲ ਵਿਖ ਦਾ ਪਾਪ ਹੁੰਦਾ ਪਾਪ, ਦਹਿ ਦਾ ਭਾਵ ਸੜਨਾ। ਜਿਹੜੇ ਕਈ ਜਨਮਾਂ ਦੇ ਕੀਤੇ ਹੋਏ ਪਾਪ ਨੇ ਨਾ, ਪਰਿਪੂਰਨ ਪ੍ਰਮਾਤਮਾ ਦੇ ਨਾਮ ਕਰਕੇ ਸੜ ਜਾਂਦੇ ਹਨ। ਨਿੱਕੀ ਜੀ ਤੀਲੀ ਹੁੰਦੀ ਮਾਚਿਸ ਦੀ, ਤੇ ਗੁਰਮੁਖੋ ਭਾਵੇਂ ਉਹ 5 ਡੱਬੇ ਪਏ ਹੋਣ, ਉਹ ਕਿਸੇ ਕੰਮ ਨਹੀਂ। ਤੇ ਜਦੋਂ ਅਸੀਂ ਤੀਲੀ ਨੂੰ ਡੱਬੀ ਦੇ ਨਾਲ ਘਸਾਉਂਦੇ ਆ ਨਾ, ਉਹਦੇ ਚੋਂ ਅੱਗ ਪੈਦਾ ਹੁੰਦੀ ਤੇ ਉਹ ਮਣਾ ਮੂੰਹ ਬਾਲਣ ਨੂੰ ਸਾੜ ਦਿੰਦੀ ਹੈ। ਇਸੇ ਪ੍ਰਕਾਰ ਪਰਿਪੂਰਨ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ, ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਇਹ ਵੱਖ-ਵੱਖ ਤਰੀਕੇ ਨੇ, ਸਾਡੇ ਹਿਰਦੇ ਦੇ ਨਾਲ ਟਕਰਾਉਂਦਾ ਘਸਾਉਣੇ ਆ ਜਾਂ ਵਾਰ-ਵਾਰ ਆਪਾਂ ਅਭਿਆਸ ਕਰਦੇ ਨਾ, ਜਦੋਂ ਹਿਰਦੇ ਨਾਲ ਰਗੜ ਲੱਗਦੀ ਹੈ ਤੇ ਉਹਦੇ ਚੋਂ ਗੁਰਮੁਖ ਬ੍ਰਹਮ ਗਿਆਨ ਦੀ ਅਗਨੀ ਨਿਗਲਣ ਕਰਕੇ ਉਹ ਤਮਾਮ ਪਾਪ ਸੜ ਜਾਂਦੇ ਨੇ। ਪਰ ਨਾਲ ਮੈਂ ਇੱਕ ਬੇਨਤੀ ਕੀਤੀ ਵੀ ਜਿੰਨਾ ਚਿਰ ਤੀਲੀ ਘਸਾਈਏ ਨਾ ਉਹਨਾਂ ਚਿਰ ਅੱਗ ਨਹੀਂ ਜੇ ਬਲਣੀ। ਜਿੰਨਾ ਚਿਰ ਪਰਮੇਸ਼ਰ ਦਾ ਚਿੰਤਨ ਨਾ ਕੀਤਾ, ਉਹਨਾਂ ਚਿਰ ਬ੍ਰਹਮ ਜਿਹੜੀ ਅਗਨੀ ਉਹ ਪ੍ਰਚੰਡ ਨਹੀਂ ਹੋਣੀ। ਤੇ ਜੇ ਪ੍ਰਚੰਡ ਹੋ ਗਈ ਤੇ ਜਿਹੜੇ ਕਈ ਜਨਮਾਂ ਦੇ ਪਾਪ ਨੇ ਉਹ ਸਵਾਹ ਦੀ ਢੇਰੀ ਬਣ ਜਾਣਗੇ। ਨਿਰਭਉ ਹੋਏ ਭਜੋ ਜਗਦੀਸੈ। ਗੁਰਮੁਖਾ ਪ੍ਰਮਾਤਮਾ ਦਾ ਨਾਮ ਲਿਆ ਕਰ ਤੇ ਤੈਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ। ਇੱਥੇ ਮਨ ਵਿੱਚ ਸ਼ੰਕਾ ਜਿਹਾ ਆਇਆ ਵੀ ਭਾਈ ਸਾਹਿਬ, ਨਾਲੇ ਆਪਾਂ ਨਾਮ ਦੀ ਗੱਲ ਕਰੀ ਤੇ ਨਿਰਭਉ ਹੋਣ ਦਾ ਮਤਲਬ ਕੀ ਹੈ? ਡਰ ਕਿਉਂ ਲੱਗਦਾ ਹੈ? ਡਰ ਲੱਗਣ ਦਾ ਕਾਰਨ ਇਹ ਗੁਰਮੁਖੋ, ਮੈਨੂੰ ਆਪਣੇ ਪਿੰਡ ਦੀ ਬਚਪਨ ਦੀ ਗੱਲ ਚੇਤੇ। ਸਾਡੇ ਪਿੰਡ ਇੱਕ ਆਦਮੀ ਅਸੀਂ ਬਜ਼ੁਰਗ ਵੇਖਿਆ, ਉਹ ਖੇਮ ਕਰਨ ਦੀਆਂ ਮੜੀਆਂ ਦੇ ਵਿੱਚ ਕਾਲੇ ਲੰਦਾ ਛਲਾ ਕੱਢਦਾ ਸੀ। ਉਹਦਾ ਨਾਮ ਤੇਜਾ ਸਿੰਘ ਸੀ। ਮੈਂ ਆਪਣੀ ਅੱਖੀਂ ਵੇਖੀ ਘਟਨਾ ਭੂਰੇ ਕੋਨੇ ਮੇਰੇ ਪਿੰਡ ਦੀ। ਉਹਦੇ ਉੱਤੇ ਪੁੱਠਾ ਪੈ ਗਿਆ ਤੇ ਉਹ ਸਿਆਣਾ ਬਿਆਣਾ ਬੰਦਾ, ਉਹਨੇ ਇਕੱਲੇ ਨੇ ਗੱਲਾਂ ਕਰੀ ਜਾਣੀਆਂ, ਉਹ ਕਮਲਾ ਹੋ ਗਿਆ। ਤੇ ਅਸੀਂ ਬਜ਼ੁਰਗਾਂ ਨੂੰ ਪੁੱਛਿਆ ਵੀ ਇਹ ਬਾਬਾ ਤੇਜਾ ਸਿੰਘ ਇਕੱਲਾ ਗੱਲਾਂ ਕਿਉਂ ਕਰਦਾ ਹੈ? ਉਹ ਕਹਿੰਦੇ ਪੁੱਤਰ, ਇਹ ਕਾਲੇ ਲੰਦਾ ਛਲਾ ਕਰਦਾ ਸੀ ਤੇ ਇਹ ਪੁੱਠਾ ਪੈ ਗਿਆ। ਲੇਕਿਨ ਗੁਰੂ ਕੀ ਬਾਣੀ ਇਹੋ ਜਿਹੀ ਪੁੱਠੀ ਨਹੀਂ ਜੇ ਪੈਂਦੀ। ਕੋਈ ਕਹਿੰਦਾ ਵੀ ਕੋਲ ਪਾਣੀ ਰੱਖੋ, ਕੋਈ ਕਹਿੰਦਾ ਲਕੀਰ ਮਾਰ ਕੇ ਰੱਖੋ, ਕੋਈ ਕਹਿੰਦਾ ਕੋਲ ਲੋਹਾ ਰੱਖੋ। ਪਰ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹਾ ਇਹ ਗੁਰਮੁਖੋਂ ਪੁੱਠਾ ਨਹੀਂ ਪੈਂਦਾ, ਪੁੱਠਿਆਂ ਨੂੰ ਸਿੱਧੇ ਕਰ ਦਿੰਦਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਤੂੰ ਖੌਫ ਨਾ ਕਰ, ਡਰ ਨਾ। ਜਿਹੜਾ ਜਗਤ ਦਾ ਈਸ਼ਰ ਹੈ ਨਾ, ਉਸ ਮਾਲਕ ਦਾ ਭਜਨ ਕਰ ਤੇ ਤੈਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਰਹੇਗਾ। ਯਾਦ ਰੱਖੀ, ਉਹ ਪਦਾਰਥ ਵੱਡ ਭਾਗ ਲਹੇ। ਪਰ ਇਹ ਪਦਾਰਥ ਵੱਡੇ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਆਪਾਂ ਗੁਰਬਾਣੀ 'ਚ ਪੜ੍ਹਦੇ ਨੇ, 4 ਪਦਾਰਥ ਜੇ ਕੋ ਮੰਗੇ। 4 ਪਦਾਰਥਾਂ ਦਾ ਜ਼ਿਕਰ ਹੈ। ਉਹ 4 ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਤੇ ਮੋਖ। ਜਿਹੜਾ ਧਰਮ ਤੇ ਮੋਖ ਹੈ ਨਾ, ਇਹ ਪ੍ਰਲੋਕ ਦੇ ਨੇ। ਕਾਮ ਤੇ ਅਰਥ ਇੱਥੋਂ ਦੇ ਨੇ। ਅਰਥ ਕਹਿੰਦੇ ਨੇ ਪੈਸਿਆਂ ਨੂੰ, ਜਿਵੇਂ ਇਕਨੋਮਿਕਸ ਨੂੰ ਕਹਿੰਦੇ ਅਰਥ ਸ਼ਾਸਤਰ, ਪੈਸਿਆਂ ਦਾ ਗਿਆਨ। ਪਰ ਨਾਮ ਪਦਾਰਥ ਹੈ ਨਾ, ਜਿਨ੍ਹਾਂ ਗੁਰਮੁਖਾਂ ਨੇ ਜਪਿਆ, ਉਹ ਵੱਡੇ ਭਾਗਾਂ ਵਾਲੇ ਹਨ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਭਉ ਨਹੀਂ। ਪਰ ਯਾਦ ਰੱਖੀ, ਕਰ ਕਿਰਪਾ ਪੂਰਨ ਪ੍ਰਭ ਦਾਤੇ। ਇਵੇਂ ਜਣੇ ਖਣੇ ਦੇ ਗੋਡੀ ਨਾ ਪਈ। ਮੈਂ ਮੱਥਾ ਟੇਕਣ ਗਿਆ ਤੇ ਸਿਆਣਾ ਬਿਆਣਾ ਬੰਦਾ ਆਪਣੇ ਕਾਕੇ ਨੂੰ ਕਹਿੰਦਾ ਵੀ ਬਾਬਾ ਜੀ ਨੂੰ ਮੱਥਾ ਟੇਕ। ਆਹ ਹੁਣ ਦੀ ਗੱਲ ਜੇ। ਮੈਂ ਕਿਹਾ ਭਲਿਆ ਪੁਰਸ਼ਾ, ਆਇਆ ਤੂੰ ਦਾਦੇ ਦੇ ਕੋਲ ਹੈ ਤੇ ਮੰਗਤੇ ਕੋਲ ਮੰਗੀ ਜਾਣਾ, ਜਿਹੜਾ ਆਪ ਮੰਗਤਾ ਤੈਨੂੰ ਕੀ ਦੇਗਾ? ਕਿੱਡੇ ਕਮਲੇ ਲੋਕ ਨੇ। ਸਿਆਣਾ ਬਿਆਣਾ ਬੰਦਾ ਮੈਨੂੰ ਜਾਣਦਾ ਨਹੀਂ ਤੇ ਬਾਜਾਂ ਮਾਰੇ, ਆ ਜਲਦੀ ਆ ਬਾਬੇ ਨੂੰ ਮੱਥਾ ਟੇਕੇ। ਮੈਂ ਕਿਹਾ ਬੇੜਾ ਆਪਣਾ ਵੀ ਕਰ ਕਰਕੇ ਮੇਰੇ ਵੀ ਕਰੇਗਾ। ਮੰਗਤੇ ਕੋਲ ਨਹੀਂ ਹੈ। ਮੈਂ ਕਿਹਾ ਜਿਹੜਾ ਬਾਟਾ ਲੈ ਕੇ ਦਾਤੀ ਤੇ ਖਲੋਤਾ, ਪਤਾ ਨਹੀਂ ਜਿੰਨਾ ਕੁ ਪਿਆ, ਤੇ ਤੂੰ ਕਹਿਣਾ ਵੀ ਮੰਗਤੇ ਕੋਲ ਮੈਂ ਖੋਲ੍ਹਾਂ। ਮੈਂ ਵਾਰ-ਵਾਰ ਬੇਨਤੀ ਕਰਦਾ ਤੁਹਾਨੂੰ, ਹਰ ਰੋਜ਼ ਕਰਦਾ, ਮੰਗਤਿਆਂ ਦੇ ਮੰਗਤੇ ਨਾ ਬਣੋ। ਸਾਡਾ ਦਾਤਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਹੈ। ਸਾਡਾ ਦਾਤਾ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਾ ਰਾਖੀ ਮੇਰੀ। ਸਾਡਾ ਦਾਤਾ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਸਾਡਾ ਦਾਤਾ ਪੂਰੀ ਹੋਈ ਕਰਾਮਾਤ। ਉਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਛੱਡ ਕੇ ਆਪਾਂ ਭੜਕੀਏ ਨਾ। ਉਹਨਾਂ ਅੱਗੇ ਅਰਦਾਸ ਬੇਨਤੀ ਕਰੀਏ, ਕਰ ਕਿਰਪਾ ਪੂਰਨ ਪ੍ਰਭ ਦਾਤੇ, ਮੇਰੇ ਤੇ ਮਿਹਰ ਕਰ। ਤੂੰ ਇਹੋ ਜਿਹਾ ਦਾਤਾ ਵੀ ਤੇਰੇ 'ਚ ਕਿਸੇ ਪ੍ਰਕਾਰ ਦੀ ਕਮੀ ਨਹੀਂ।
मैं तेरे दर ते मंगता बन के आया, रहमत करी। ਨਿਰਮਲ ਜਸ ਨਾਨਕ ਦਾਸ ਕਹੇ। ਜਦੋਂ ਆਪਾਂ ਬੇਨਤੀ ਕੀਤੀ ਤੇ ਵਾਹਿਗੁਰੂ ਅਕਾਲ ਪੁਰਖ ਸਾਨੂੰ ਕਹਿਣ ਲੱਗਾ ਵੀ ਪੁੱਤਰਾ ਹੁਣ ਤੂੰ ਚਾਹੁੰਦਾ ਕੀ ਹੈ? ਬੜੇ ਤਰਲੇ ਕੱਢਦਾ, ਬੜੇ ਹੱਥ ਜੋੜਦਾ ਹੈ, ਕੀ ਚਾਹੁੰਦਾ? ਤੇ ਅਸੀਂ ਕਹਿਣਾ ਪਾਤਸ਼ਾਹ ਇੱਕ ਤਾਂ ਮੇਰੇ ਮਨ ਦੀ ਮੈਲ ਕੱਢ ਦੇ, ਤੇ ਦੂਜਾ ਮੈਂ ਦਾਸ ਬਣ ਕੇ ਤੇਰੀ ਵਡਿਆਈ ਕਰਾਂ, ਮੈਂ ਆਪਣੇ ਆਪ ਨੂੰ ਮਹਾਨ ਨਾ ਸਮਝਾਂ, ਮੇਰੇ ਅੰਦਰ ਦਾਸਾ ਭਾਵ ਧਰ ਦੇ, ਦਾਸਾ ਭਾਵ। ਆਪਾਂ ਰਸਮੀ ਤੌਰ ਤੇ ਬੜਾ ਕਹਿੰਦੇ ਮੈਂ ਦਾਸ। ਮੈਂ ਸੰਤ ਸਿੰਘ ਮਸਕੀਨ ਹੋਰਾਂ ਦੀ ਇੱਕ ਘਟਨਾ ਸੁਣੀ। ਉਹ ਦਿੱਲੀ ਕਥਾ ਕਰਨ ਜਾਂਦੇ ਸਨ ਬੰਗਲਾ ਸਾਹਿਬ, ਤੇ ਇੱਕ ਬੰਦਾ ਚੇਚੇ ਤੌਰ ਤੇ ਮਸਕੀਨ ਸਾਹਿਬ ਕੋਲ ਭੱਜ ਕੇ ਆਇਆ ਕਰੇ, ਦਾਸ ਨੂੰ ਹੁਕਮ ਕਰੋ। ਤੇ ਮਸਕੀਨ ਸਾਹਿਬ ਜਿਹੜੇ ਬੜੇ ਖੁੱਲੇ ਸੁਭਾਅ ਦੇ ਸਨ, ਉਹ ਅੰਦਰ ਪ੍ਰਵੇਸ਼ ਕਰਨ ਲੱਗੇ ਬੰਗਲਾ ਸਾਹਿਬ ਦੇ, ਤੇ ਬੰਦਾ ਆ ਗਿਆ ਤੇ ਕਹਿਣ ਲੱਗੇ ਆਓ ਦਾਸਾ ਕੀ ਹਾਲ ਨੇ ਤੇਰੇ? ਉਸ ਬੰਦੇ ਨੇ ਮਸਕੀਨ ਸਾਹਿਬ ਨੂੰ ਇਹੋ ਜਿਹੇ ਭੈੜੇ ਸ਼ਬਦ ਕਹੇ ਵੀ ਮੇਰੀ ਜ਼ੁਬਾਨ ਅਲਾਓ ਨਹੀਂ ਕਰਦੀ। ਕਹਿਣ ਲੱਗਾ ਤੁਸੀਂ ਰੁਪਈਆ ਲੋਕਾਂ ਕੋਲ ਮੰਗਣ ਵਾਲੇ, ਤੇ ਮੈਂ ਤੇਰੇ ਕੋਲ ਕੀ ਲਿਆ? ਤੇ ਮੈਂ ਕਾਹਦਾ ਦਾਸ ਤੂੰ ਵੱਡਾ ਫੰਨੇਗਾ? ਬਹੁਤ ਅਪ ਸ਼ਬਦ ਕਹੇ। ਇੰਨੀ ਗੱਲ ਕਹਿਣ ਤੇ ਆਪਣੇ ਆਪ ਨੂੰ ਦਾਸ ਕਹਾ, ਤੇ ਮਸਕੀਨ ਸਾਹਿਬ ਕਹਿਣ ਲੱਗੇ ਦਾਸਾ ਕੀ ਹਾਲ? ਤੇ ਕਹਿਣ ਲੱਗਾ ਤੂੰ ਮੈਨੂੰ ਆਪਣੇ ਆਪ ਨੂੰ ਕੀ ਸਮਝਦਾ? ਤੂੰ ਮੇਰਾ ਕੀ ਵੇਖਿਆ? ਤੁਸੀਂ ਰੁਪਈਆ ਇਕੱਠਾ ਕਰਨ ਵਾਲੇ ਵੱਡੇ ਕਥਾਕੜ ਆ ਗਏ। ਤੇ ਮਸਕੀਨ ਜੀ ਕਹਿਣ ਲੱਗੇ ਗੁਰਮੁਖਾ ਜੋ ਕਵੇਂਗਾ ਸਵੀਕਾਰ, ਪਰ ਮੈਂ ਤੇਰਾ ਦਾਸਾ ਭਾਵ ਵੇਖਣਾ ਵੀ ਤੇਰੇ ਦਾਸਾ ਭਾਵ ਕਿੰਨਾ ਕੁ ਹੈ। ਕਹਿਣ ਤੋਂ ਭਾਵ ਕਿ ਆਪਾਂ ਫਾਰਮੈਲਿਟੀ ਦੇ ਤੌਰ ਤੇ ਨਿਮਾਣੇ ਬਣਦੇ ਹਾਂ, ਪਰ ਜਿੰਨਾ ਚਿਰ ਅੰਦਰੋਂ ਨਾ ਬਣੇ ਉਹਨਾਂ ਚਿਰ ਬਾਤ ਨਹੀਂ ਜੇ ਬਣਨੀ। ਹੁਣ ਜਿਵੇਂ ਸਤਿਗੁਰੂ ਪਾਤਸ਼ਾਹ ਲੜੀਵਾਰ ਕਥਾ ਵਿੱਚ ਆਪਣੇ ਤੇ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ। ਹਾਂਜੀ। ਰਾਮ ਕਲੀ ਮਹੱਲਾ ਪੰਜਵਾ। ਦੀਨੋ ਨਾਮ ਕੀਓ ਪਵਿੱਤਰ। ਜਿਸ ਨਾਮ ਦੀ ਆਪਾਂ ਹੁਣੇ ਹੁਕਮਨਾਮੇ 'ਚ ਵਿਚਾਰ ਕਰਕੇ ਆਏ ਨਾ, ਸਤਿਗੁਰੂ ਪੰਚਮ ਪਾਤਸ਼ਾਹ ਰਾਮਕਲੀ ਆਗ ਵਿੱਚ ਕਹਿੰਦੇ ਨੇ ਜਦੋਂ ਵਾਹਿਗੁਰੂ ਨੇ ਨਾਮ ਬਖਸ਼ ਦਿੱਤਾ, ਬੰਦੇ ਦਾ ਤਨ ਤੇ ਮਨ ਪਵਿੱਤਰ ਹੋ ਜਾਏਗਾ। ਪਵਿੱਤਰ ਇਹ ਨਾਮ ਦੀ ਤਾਕਤ ਹੈ। ਹਰ ਤਨ ਰਾਸ ਨਿਰਾਸ ਇਹ ਬਿੱਤ। ਗੁਰਮੁਖਾ ਬੜੀ ਤੂੰ ਰਾਸ ਸੰਪਤੀ ਨੂੰ ਇਕੱਠਿਆਂ ਕਰਦਾ, ਪਰ ਜਿਹੜਾ ਹਰੀ ਦਾ ਨਾਮ ਧਨ ਹੈ ਨਾ, ਇਹ ਰਾਸ ਬਣਾਉਣਾ ਕਰ। ਇਹੋ ਹੀ ਬਿੱਤ ਨਕਤੀ ਹੈ, ਇਹੋ ਹੀ ਪੈਸੇ ਹਨ। ਕਾਟੀ ਬੰਦ ਹਰ ਸੇਵਾ ਲਾਏ। ਤੇ ਜਿਨ੍ਹਾਂ ਨੂੰ ਪਰਿਪੂਰਨ ਪ੍ਰਮਾਤਮਾ ਨੇ ਸੇਵਾ ਚਲਾ ਲਿਆ, ਉਹਨਾਂ ਦੇ ਬੰਧਨ ਕੱਟੇ ਗਏ। ਹਰ ਹਰ ਭਗਤ ਰਾਮ ਗੁਣ ਗਾਏ। ਕਿਉਂ ਕਰਿਆ ਕਰ ਗੁਰਮੁਖਾ, ਜੋ ਦੁੱਖਾਂ ਦਾ ਹਾਰ ਹਰੇ ਪਰੇ ਕਰਨ ਵਾਲਾ ਹਰੀ ਹੈ ਨਾ, ਰਮਿਆ ਹੋਇਆ ਰਾਮ, ਉਹਦੇ ਗੁਣ ਗਾਇਆ ਕਰ, ਉਹਦੀ ਵਡਿਆਈ ਕਰਿਆ ਕਰ। ਬਾਜੇ ਅਨਹਦ ਬਾਜਾ। ਬਾਜੇ ਅਨਹਦ ਬਾਜਾ ਤੋਂ ਭਾਵ ਹੁੰਦਾ ਕੰਟੀਨਿਊਸਲੀ ਜਾਪ ਕਰਨਾ। ਅਨਹਦ ਤੋਂ ਭਾਵ ਹੱਦ ਤੋਂ ਰਹਿਤ। ਆਪਾਂ ਸੌਂ ਜਾਂਦੇ, ਜਾਪ ਰੁਕ ਜਾਂਦਾ ਹੈ। ਸਾਡੇ ਕੋਲ ਕੋਈ ਭੈਣ ਭਰਾ ਦੋਸਤ ਮਿੱਤਰ ਆਇਆ, ਆਪਾਂ ਸਿਮਰਨ ਕਰਦੇ ਹਾਂ, ਤੇ ਜਦੋਂ ਉਸ ਪਾਸੇ ਵੱਲ ਖਿਆਲ ਕਰਾਂਗੇ ਤੇ ਸਾਡਾ ਰੁਕ ਜਾਏਗਾ। ਇਹ ਅਨਹਦ ਬਾਜੇ ਤੋਂ ਭਾਵ ਦਾ ਵੀ ਭਾਵੇਂ ਉਹ ਗੁਰਮੁਖ ਜਾਗਦੇ ਨੇ, ਭਾਵੇਂ ਉਹ ਸੁੱਤੇ ਨੇ, ਭਾਵੇਂ ਉਹ ਗੱਲਾਂ ਕਰਦੇ ਨੇ, ਉਹਨਾਂ ਦੇ ਅੰਦਰ ਲਗਾਤਾਰ ਕੰਟੀਨਿਊਸਲੀ ਪਰਮਾਤਮਾ ਦਾ ਸਿਮਰਨ ਚੱਲਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਜਿਹੜੇ ਦੁੱਖਾਂ ਦੇ ਹਾਰਕ ਹਰ ਥਾਂ ਤੇ ਰਵੇਂ ਹੋਏ ਪਰਮਾਤਮਾ ਦੀ ਵਡਿਆਈ ਕਰਦੇ ਨੇ, ਇੱਕ ਸਮਾਂ ਆਉਂਦਾ ਹੈ ਕਿ ਆਪਣੇ ਆਪ ਉਹਨਾਂ ਦਾ ਜਾਪ ਲਗਾਤਾਰ ਚੱਲਦਾ ਹੈ। ਰਸਕ ਰਸਕ ਗੁਣ ਗਾਵਹਿ ਹਰ ਜਨ। ਪਰ ਇੱਕ ਤਰੀਕਾ ਗੁਰਮੁਖਾਏ ਵਾਜੇ ਵੱਜਣ ਲਈ ਤੈਨੂੰ ਥੋੜੀ ਜਿਹੀ ਖੇਚਲ ਕਰਨੀ ਪਏਗੀ। ਆਪਾਂ ਕਿਵੇਂ ਦਵਾਈ ਖਾਂਦੇ ਆ ਨਾ, ਤੇ ਗਲਾ ਖਰਾਬ ਹੋਵੇ, ਖੰਘ ਲੱਗੀ ਹੋਵੇ, ਤੇ ਸਾਨੂੰ ਮੈਡੀਕਲ ਸਟੋਰ ਵਾਲਾ ਕਹਿੰਦਾ ਵੀ ਭਾਈ ਸਾਹਿਬ ਇਹ ਗੋਲੀ ਅੰਦਰ ਲੰਘਾਉਣੀ ਨਹੀਂ, ਇਹਨੂੰ ਚੂਸਣਾ ਤੇ ਤੁਹਾਡਾ ਗਲਾ ਠੀਕ ਹੋ ਜਾਏਗਾ। ਇਹ ਸਿਮਰਨ ਕਰਨਾ ਗੁਰਮੁਖ ਹੋਈ ਤਰੀਕਾ ਜੇ, ਜਿਵੇਂ ਗੋਲੀ ਚੂਸਦੇ ਮਿੱਠੀ ਤੇ ਸਾਡੇ ਗਲੇ ਦੀ ਖਾਰਸ਼ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਮੇਰੇ ਪਾਤਸ਼ਾਹ ਕਹਿੰਦੇ ਰਸਕ ਰਸਕ ਸਵਾਦ ਲੈ ਲੈ ਕੇ, ਚੂਸ ਚੂਸ ਕੇ। ਕਿਉਂਕਿ ਇਹ ਰਸਕ ਰਸ ਕਿਉਂ ਆਖਿਆ? ਆਪਾਂ ਤਾਂ ਕੰਮ ਨਿਬੇੜਨ ਦੀ ਕਰਦੇ ਵੀ ਦਵਾ ਦਾ 15 ਮਿੰਟਾਂ 'ਚ ਮੈਂ ਵਿਹਲਾ ਹੋ ਕੇ ਆਇਆ। ਨਹੀਂ ਨਹੀਂ, ਹਜ਼ੂਰ ਕਹਿੰਦੇ ਸਵਾਦ ਲੈ ਲੈ ਕੇ, ਰਸ ਲੈ ਲੈ ਕੇ ਗੁਣ ਗਾਵੇ। ਰਸ ਕਿਵੇਂ ਲੈਣਾ? ਆਪਾਂ ਪੜ੍ਹਦੇ ਹਾਂ, ਸੁਣਿਆ ਸਤ ਸੰਤੋਖ ਗਿਆਨ। ਜਦੋਂ ਇਹ ਪੰਕਤੀ ਪੜ੍ਹਨੀ ਹੈ ਨਾ, ਉਦੋਂ ਸੁਦਾ ਕਰਨੀ ਵੀ ਪਾਤਸ਼ਾਹ ਮੇਰੇ ਅੰਦਰ ਸਤ ਆਇਆ ਕਿ ਨਹੀਂ, ਮੇਰੇ ਅੰਦਰ ਸੰਤੋਖ ਆਇਆ ਕਿ ਨਹੀਂ। ਇਹ ਨਾਲ ਨਾਲ ਜਿਹੜੀ ਵਿਚਾਰ ਚੱਲਣੀ, ਇਹਨੂੰ ਕਹਿੰਦੇ ਨੇ ਰਸਕ ਰਸਕ। ਰਸਕ ਰਸਕ ਗੁਣ ਗਾਵੇ ਹਰ ਜਨ। ਜਿਹੜਾ ਹਰੀ ਦਾ ਜਾਣੇ ਪਰਮਾਤਮਾ ਦਾ ਦਾਸ ਹੈ ਨਾ,
ਉਹ ਸਵਾਦ ਲੈ ਕੇ ਰਸ ਲੈ ਕੇ ਉਸ ਪਰਿਪੂਰਨ ਪ੍ਰਮਾਤਮਾ ਦੀ ਇਬਾਦਤ ਕਰਦਾ ਹੈ। ਆਪਣਾ ਗੁਰਦੇਵ ਨਿਵਾਜਾ। ਕਹਿੰਦੇ ਸਵਾਦ ਲੈਂਦਾ ਕਿਹੜੀ ਗੱਲ 'ਚ ਹੈ? ਜਿਹੜਾ ਉਹ ਪ੍ਰਕਾਸ਼ ਸਰੂਪ ਪ੍ਰਮਾਤਮਾ ਗਰੀਬਾਂ ਨੂੰ ਨਵਾਜਣ ਵਾਲਾ ਨਾ। ਆਪਾਂ ਪ੍ਰਮਾਤਮਾ ਦੇ ਪ੍ਰਤੀ ਇੱਕ ਲਫ਼ਜ਼ ਕਹਿੰਦੇ ਆ ਗਰੀਬ ਨਵਾਜ। ਇਹ ਮੈਂ ਆਮ ਤੁਹਾਡੇ ਨਾਲ ਵਿਚਾਰ ਕਈ ਵਾਰ ਸਾਂਝੀ ਕੀਤੀ ਹੈ। ਕਈ ਗੁਰਮੁਖ ਪਿਆਰੇ ਕਹਿੰਦੇ ਗਿਆਨੀ ਸਾਡੀ ਤਾਂ ਗੱਲ ਨਹੀਂ ਬਣੀ, ਆਪਾਂ ਕਦੇ ਮਨ ਕਰਕੇ ਗਰੀਬ ਹੀ ਨਹੀਂ ਬਣੇ। ਤੇ ਜਿੱਥੇ ਟਿੱਬਾ ਉੱਥੇ ਗੁਰਮੁਖੋ ਪਾਣੀ ਕਿਵੇਂ ਖਲੋਵੇਗਾ? ਪਾਣੀ ਤਾਂ ਨੀਵੀਂ ਥਾਂ ਤੇ ਆਵੇਗਾ ਨਾ। ਇਹਦਾ ਭਾਵ ਗਰੀਬੀ ਦਾ ਇਹ ਨਹੀਂ ਵੀ ਆਪਾਂ ਮਕਾਨ ਵੇਚਣਾ ਤੇ ਆਪਾਂ ਪੈਸੇ ਸੁੱਟ ਦੇਣੇ ਵੀ ਮੈਂ ਗਰੀਬ ਹੋ ਗਿਆ। ਨਹੀਂ ਨਹੀਂ, ਉਹ ਜਿਹੜਾ ਕੁਝ ਹੈ ਨਾ ਉਹਨੂੰ ਪ੍ਰਮਾਤਮਾ ਦੇ ਜਾਣ ਕੇ ਵਰਤਣਾ, ਮਨ ਦੀ ਗਰੀਬੀ ਹੋਣੀ। ਜਿਵੇਂ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਪੜ੍ਹਦੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜ ਭਾਗ ਦਾ ਮਾਲਕ ਹੈ ਰਾਜਾ ਜਨਕ, ਲੇਕਿਨ ਭਾਈ ਸਾਹਿਬ ਭਾਈ ਗੁਰਦਾਸ ਨੇ ਉਹਨੂੰ ਵੱਡਾ ਭਗਤ ਲਿਖਿਆ। ਉਹਨੇ ਉਸ ਮਾਇਆ ਨੂੰ ਪਰਮਾਤਮਾ ਦੀ ਜਾਣ ਕਰਕੇ ਵਰਤਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਰਮਾਤਮਾ ਜਿਹੜਾ ਪ੍ਰਕਾਸ਼ ਸਰੂਪ ਹੈ ਨਾ, ਗਰੀਬਾਂ ਨੂੰ ਨਵਾਜਣ ਵਾਲਾ, ਉਹਦੀ ਵਡਿਆਈ ਰਸ ਲੈ ਕੇ ਸਵਾਦ ਲੈ ਕੇ ਕਰਿਆ ਕਰ। ਰਹਾਉ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਆਏ ਬਣਿਓ ਪੂਰਬਲਾ ਭਾਗ। ਗੁਰਮੁਖਾ ਫਿਰ ਜਿਹੜੇ ਤੇਰੇ ਪੁਰਬਲੇ ਕਰਮ ਨੇ ਜਾਗ ਪੈਣਗੇ। ਜਿਹੜੀ ਇਹ ਵਿਚਾਰ ਨੇ ਇਹਦੀ ਆਪਾਂ ਬਹੁਤ ਗਲਤ ਵਰਤੋਂ ਕਰਦੇ ਹਾਂ। ਉਹ ਕਿਵੇਂ? ਕਿਹਾ ਨਹੀਂ ਜੀ ਪੁਰਬਲੇ ਕਰਮ ਹੋਣਗੇ ਤੇ ਬਾਣੀ ਪੜ੍ਹ ਲਾਂਗੇ। ਇਹ ਸਾਡਾ ਬਹਾਨਾ, ਇਹਨੂੰ ਕਹਿੰਦੇ ਲੇਮ ਚ ਲੰਗੜਾ ਬਹਾਨਾ ਨਾ ਜਪਣ ਦਾ। ਗੁਰਮੁਖੋ ਜਿਹੜਾ ਅੱਜ ਦਾ ਦਿਨ ਹੈ ਨਾ, ਇਹ ਕੱਲ ਨੂੰ ਪੁਰਬਲਾ ਦਿਨ ਬਣ ਜਾਏਗਾ। ਜਿਹੜੀ ਅੱਜ ਦਾ ਦਿਨ ਇਹਨੂੰ ਆਪਾਂ ਭਲਕ ਕਹਿੰਦੇ ਯੈਸਟਰਡੇ, ਸੋਮਵਾਰ ਲੰਘ ਗਿਆ, ਬੀਤਿਆ ਕੱਲ। ਜੇ ਅੱਗੇ ਨਹੀਂ ਕਮਾਈ ਕੀਤੀ ਤੇ ਹੁਣ ਕਰ ਲਈਏ, ਗਾਂ ਪੁਰਬਲਾ ਬਣ ਜਾਏਗਾ। ਜਿਹੜਾ ਪਹਿਲਾਂ ਮੈਂ ਬਚਪਨ ਵਿੱਚ ਛੋਟਾ ਜਿਹਾ ਸੀ ਤੇ ਕਿਸੇ ਦੁਕਾਨ ਤੇ ਗਿਆ, ਜਿਵੇਂ ਨਿਆਣੇ ਨੂੰ ਆਦਤ ਹੁੰਦੀ ਹੈ ਮੈਂ ਬੂਹੇ ਅੱਗੇ ਖਲੋਤੇ ਰਹਿਣਾ, ਤੇ ਉੱਥੇ ਬਜ਼ੁਰਗ ਦੋ ਗੱਲਾਂ ਕਰਦੇ ਸਨ। ਮੇਰੇ ਅੰਦਰ ਗੱਲ ਉਕਰੀ ਗਈ। ਉਹ ਗੁਰਮੁਖ ਸਨ ਤੇ ਉਹਨਾਂ ਨੇ ਵਿਚਾਰ ਕਰਦਿਆਂ ਕਿ ਪੰਕਤੀ ਪੜ੍ਹੀ ਬਾਣੀ 'ਚ ਨਹੀਂ, पूर्व का कमाया आगरे में खाया दिल्ली के व्यापारी ने सौदा बिगाड़ दिया। ये मैं कोई 5-7 सालों का होगा, मैनू याद है तक गल ਉਹਦੇ ਉਹਨਾਂ ਬਜ਼ੁਰਗਾਂ ਨੇ ਅਰਥ ਕੀਤੇ। ਕਦਾਂ ਸੀ ਮਾਂ ਚੰਦ ਹਿੰਦੂ ਸੀ, ਦੂਜਾ ਤਾਰਾ ਸਿੰਘ ਜਥੇਦਾਰ ਸੀ। ਉਹ ਦੋਵੇਂ ਵਿੱਚ ਚੰਗੇ ਗੁਰਮੁਖ ਸਨ ਤੇ ਆਪਸ ਵਿੱਚ ਪ੍ਰਭੂ ਚਰਚਾ ਕਰਦੇ ਹਨ ਦੁਕਾਨ ਤੇ ਬੈਠੇ ਹੋਏ। ਪੂਰਬ ਕਾ ਕਮਾਇਆ ਤੋਂ ਭਾਵ ਜਿਹੜੀ ਪਿਛਲੇ ਸਾਲ ਆਪਾਂ ਕਣਕ ਗਾਈ ਨਾ, ਉਹ ਆਪਾਂ ਹੁਣ ਖਾ ਰਹੇ ਹਾਂ। पूर्व का कमाया आगरे में खाया, हुण आप अगे खा लिया। दिल्ली के व्यापारियों ने सौदा बिगाड़ दिया। जेड़े साडे दिल के संकल्प ते विकल्प ने वो सानू कमाई नहीं करन देंदे, साडी रास रुड़ गई। इस करके आप जिहड़े संकल्प ते विकल्प ने ना, ये दिल्ली के व्यापारियों तो बचना है। ते मेरे पातशाह कहंदे ने गुरमुखा आए बनियो पुरबला भाग। ਜਿਹੜੇ ਅੱਜ ਦਾ ਦਿਨ ਹੈ ਨਾ, ਇਹ ਕੱਲ ਨੂੰ ਪੁਰਬਲਾ ਬਣ ਜਾਏਗਾ। ਜਿਹੜੀ ਅੱਗੇ ਨਹੀਂ ਕਮਾਈ ਕੀਤੀ ਹੁਣ ਕਰਨਾ ਕਰ। ਜਨਮ ਜਨਮ ਕਾ ਸੋਇਆ ਜਾਗ। ਪਤਾ ਨਹੀਂ ਗੁਰਮੁਖੋ ਆਪਾਂ ਕਿੰਨੇ ਕੁ ਜਨਮਾਂ ਦੇ ਸੁੱਤੇ ਹਾਂ। ਜਿਹੜਾ ਜਨਮਾਂ ਜਨਮਾਤਰਾਂ ਤੋਂ ਸੁੱਤਾ ਹੈ ਨਾ, ਜਾਗ ਪਏਗਾ। ਅਗਿਆਨੇ ਲਾਏ ਸਵਾਲਿਆ ਗੁਰ ਗਿਆਨੇ ਲਾਏ ਜਗਾਵੇ ਗੋ। ਅਗਿਆਨ ਕਰਕੇ ਸੁੱਤੇ ਹਾਂ ਤੇ ਗੁਰੂ ਗਿਆਨ ਕਰਕੇ ਸਾਨੂੰ ਜਗਾ ਦੇਗਾ। ਭਲਿਆ ਕਲਾ ਐ ਜਨਮ ਦਾ ਨਹੀਂ, ਕਈ ਜਨਮਾਂ ਦਾ ਸੁੱਤਾ ਹੈ। ਜਾਗਣਾ ਕਰ। ਤੇ ਜਾਗਣਾ ਕਿਹੜਾ? ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ। ਗਈ ਗਿਲਾਨ ਸਾਧ ਕੈ ਸੰਗ। ਗਿਲਾਨ ਦਾ ਭਾਵ ਹੁੰਦਾ ਨਫ਼ਰਤ। ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਜਿਹੜੀ ਤੇਰੇ ਅੰਦਰ ਦੂਜਿਆਂ ਦੇ ਪ੍ਰਤੀ ਨਫ਼ਰਤ ਹੈ ਨਾ, ਈਰਖਾ ਹੈ, ਇਹ ਚਲੀ ਜਾਏਗੀ। ਮਨ ਤਨ ਰਾਤੋ ਹਰ ਕੈ ਰੰਗ। ਔਰ ਉਸ ਪਰਿਪੂਰਨ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਤੇਰਾ ਮਨ ਤੇ ਤਾਂ ਰੰਗਿਆ ਜਾਏਗਾ। ਆਪਾਂ ਕਈ ਤਰ੍ਹਾਂ ਦੇ ਰੰਗ ਲਾਉਣੇ ਆਪਣੇ ਮੂੰਹ ਦੇ ਉੱਪਰ। ਕਿਸੇ ਨੇ ਲਾਲ ਲਾਇਆ, ਕਿਸੇ ਨੇ ਕਾਲਾ ਲਾ ਲਿਆ। ਲੇਕਿਨ ਗੁਰੂ ਰਾਮਦਾਸ ਮੇਰੇ ਬਾਲ ਕਹਿੰਦੇ ਗੁਰਮੁਖਾ ਜੇ ਰੰਗ ਲਾਉਣਾ ਤੇ ਕਿਹੜਾ ਲਾ? ਹਰ ਨਾਮਾ ਹਰ ਰੰਗ ਹੈ, ਹਰ ਨਾਮ ਮਜੀਠੇ ਰੰਗ। ਗੁਰ ਤੁੱਠੇ ਹਰ ਰੰਗ ਚਾੜਿਆ, ਫਿਰ ਬੋੜ ਨਾ ਹੋਵੀ ਪੰਗ। ਬਾਕੀ ਦੇ ਰੰਗ ਜਿਹੜੇ ਰਾਮ ਰੰਗ ਕਦੇ ਉਤਰ ਨਾ ਜਾਏ।
ਬਾਕੀ ਦੇ ਕੱਪੜਿਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ। ਲੇਕਿਨ ਪ੍ਰਮਾਤਮਾ ਦੇ ਨਾਮ ਦਾ ਰੰਗ ਹੈ ਨਾ, ਮਨਸੂਰ ਸੂਲੀ ਤੇ ਚੜਿਆ ਤੇ ਨਹੀਂ ਜੇ ਲੱਥਾ। ਸ਼ਮਜ ਤਬਰੇਜ ਦੀ ਪੁੱਠੀ ਖਲ ਲੱਥੀ, ਨਹੀਂ ਜੇ ਲੱਥਾ। ਭਾਈ ਮਤੀ ਦਾਸ ਆਰੇ ਨਾਲ ਚੀਰਿਆ ਗਿਆ, ਨਹੀਂ ਜੇ ਲੱਥਾ। ਭਾਈ ਦਿਆਲ ਦਾਸ ਉਬਲਦੀ ਦੇਗ ਵਿੱਚ ਬਾਲਿਆ ਜਾ ਰਿਹਾ, ਉਹਦਾ ਨਹੀਂ ਜੇ ਲੱਥਾ। ਇਹ ਜੇ ਰੰਗ ਗੁਰਮੁਖਾ ਜੇ ਜਪੇਗਾ ਨਾ, ਇਹ ਰੰਗ ਤੈਨੂੰ ਚੜ ਜੇਗਾ। ਰਾਮ ਰੰਗ ਕਦੇ ਉਤਰ ਨਾ ਜਾਏ। ਰਾਖੇ ਰਾਖਨ ਹਾਰ ਦਇਆਲ। ਜਿਹੜਾ ਉਹ ਦਇਆ ਦਾ ਘਰ, ਤੂੰ ਚਿੰਤਾ ਨਾ ਕਰ, ਉਹ ਤੇਰੀ ਰੱਖਿਆ ਕਰੇਗਾ। ਨਾ ਕਿਛ ਸੇਵਾ ਨਾ ਕਿਛ ਕਾਲ। ਗੁਰਮੁਖਾ ਪ੍ਰਮਾਤਮਾ ਦਾ ਨਾਮ ਅਜਿਹਾ ਮਹਾਨ ਹੈ, ਨਾ ਕੋ ਘਾਲਣਾ ਘਾਲੇ, ਨਾ ਕੋ ਸੇਵਾ ਕੀਤੀ, ਕੇਵਲ ਤੇ ਕੇਵਲ ਉਹਦੇ ਨਾਲ ਜੁੜਿਆ ਤੇ ਜਨਮ ਸਫਲਾ ਹੋ ਗਿਆ। ਬੇਨਤੀ ਕਰੀਏ ਕਰ ਕਿਰਪਾ ਪ੍ਰਭ ਕੀਨੀ ਦਇਆ। ਜਦੋਂ ਗੁਰਮੁਖੋ ਬੇਨਤੀ ਕੀਤੀ ਨਾ ਕਿ ਮੇਰੇ ਤੇ ਵਾਹਿਗੁਰੂ ਕਿਰਪਾ ਕਰ, ਉਹਨੇ ਦਇਆ ਕਰ ਦਿੱਤੀ। ਊੜਤ ਦੁਖ ਮੈਂ ਕਾਢ ਲਿਆ। ਕਹਿੰਦੇ ਦੁੱਖਾਂ 'ਚ ਡੋਬੇ ਖਾਂਦੇ ਸਾਂ, ਗੋਤੇ ਖਾਂਦੇ ਸਾਂ, ਉਹ ਬਾਂਹ ਫੜ ਕੇ ਤੇ ਸਾਨੂੰ ਉਹਨੇ ਬਾਹਰ ਕੱਢ ਦਿੱਤਾ। ਗਈ ਬਹੋੜ ਬੰਦੀ ਛੋੜ। ਕਿਵੇਂ ਨਿਕਲਾਂਗੇ ਗੁਰਮੁਖੋ? ਤਰੀਕਾ ਕੀ ਹੈ? ਉਹ ਤਰੀਕਾ ਜੇ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਇਹ ਆਖਿਆ ਕਰੀਏ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਕਿ ਨਾ ਤਾਂ ਮੈਨੂੰ ਕਰਮ ਆਉਂਦਾ ਤੇ ਨਾ ਧਰਮ, ਲਾਲਚੀ ਬੰਦਾ ਏ। ਪਰ ਤੇਰੇ ਅੱਗੇ ਹਾੜਾ ਕੱਢਦਾ, ਮੇਰੀ ਬਾਂਹ ਫੜ ਲਾ। ਆ ਦੀਵਾਲੀ ਆਉਣੀ ਹੈ ਨਾ, ਤੇ ਆਪਾਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਪਿੱਤਰ ਦਿਹਾੜਾ ਮਨਾਉਣਾ। ਜਹਾਂਗੀਰ ਤਰਲੇ ਕੱਢਦਾ ਵੀ ਪਾਤਸ਼ਾਹ ਕਿਰਪਾ ਕਰੋ, ਕਿਲੇ ਚੋਂ ਬਾਹਰ ਨਿਕਲ ਜਾਓ। ਤੇ ਰਾਜੇ ਕਹਿੰਦੇ ਮਹਾਰਾਜ ਤੁਸੀਂ ਚਲੇ ਗਏ ਤਾਂ ਸਾਨੂੰ ਕਿਸੇ ਨਹੀਂ ਜੀ ਕੱਢਣਾ। ਹਜ਼ੂਰ ਕਹਿੰਦੇ ਅਸੀਂ ਤਾਂ ਨਹੀਂ ਜਾਣਾ ਭਾਈ। ਮਹਾਰਾਜ ਕਿਵੇਂ ਜਾਓਗੇ? ਕਹਿਣ ਲੱਗੇ ਨਾ ਸਾਰਿਆਂ ਨੂੰ ਕੱਢ ਦੇ। ਉਹਨੇ ਰਾਜਨੀਤੀ ਵਰਤੀ। ਰੱਬ ਨਾਲ ਰਾਜਨੀਤੀ ਨਹੀਂ ਜੇ ਚੱਲਦੀ। ਕਹਿੰਦਾ ਚੰਗਾ ਪਾਤਸ਼ਾਹ ਜੇ ਤੁਸੀਂ ਕਹਿੰਦੇ ਹੋ ਤੇ ਮੈਂ ਬੇਨਤੀ ਕਰਾਂਗਾ ਵੀ ਜਿੰਨੇ ਤੁਹਾਡੇ ਚੋਲੀ ਨੂੰ ਫੜ ਕੇ ਨਿਕਲ ਜਾਣ ਨਾ, ਉਹਨੇ ਚਲੇ ਜਾਣ, ਉਹਨਾਂ ਨੂੰ ਛੁੱਟੀ, ਬਾਕੀਆਂ ਨੂੰ ਨਹੀਂ। ਤੇ ਸਤਿਗੁਰੂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਵਿਧੀ ਚਾਹੁੰਦਾ ਗੱਲ ਬਣ ਗਈ ਜਾਪਦੀ ਹੈ। ਕਹਿੰਦੇ ਕਿਵੇਂ? 52 ਰਾਜੇ ਨੇ ਨਾ, ਮੇਰੇ ਚੋਲੀ ਨੂੰ 52 ਕਲੀਆਂ ਲਵਾ ਦਿਓ, ਕਲੀਆਂ ਤੇ ਨਾਲ ਤਲੀਆਂ ਲਾ ਦਿੱਤੀਆਂ। ਆ ਜਾਓ ਗੁਰਮੁਖੋ, ਜਿਹਨੇ ਬਾਹਰ ਚੱਲਣਾ, ਜਿੰਨਾ ਮੇਰੇ ਪਾਤਸ਼ਾਹ ਦੇ ਚੋਲੇ ਦੀਆਂ ਕਲੀਆਂ ਫੜੀਆਂ, ਉਹ ਗਵਾਲੀਅਰ ਦੇ ਕਿਲੇ ਚੋਂ ਬਾਹਰ ਹੋ ਗਏ। ਇਹ ਗੁਰਮੁਖੋ ਬੇਨਤੀ ਕਰਨ ਤੋਂ ਭਾਵ ਹੈ ਆਪਾਂ ਗੁਰੂ ਦੀ ਕਲੀ ਨਹੀਂ ਫੜਦੇ, ਇਹ ਸੰਸਾਰ ਦੇ ਕਿਲੇ ਚੋਂ ਕਿਵੇਂ ਬਾਹਰ ਕੱਢਾਂਗੇ? ਤੇ ਅੱਜ ਗੁਰੂਦੇਵ ਨੇ ਆਪ ਹੀ ਮੂੰਹ ਘਾ ਦਿੱਤਾ ਹੈ। ਤੇ ਬੇਨਤੀ ਕਰਾਂਗੇ ਗੁਰੂ ਅਰਜਨ ਸੱਚੇ ਪਾਤਸ਼ਾਹ, ਜਿਵੇਂ ਗਵਾਲੀਅਰ ਦੇ ਕਿਲਿਆਂ ਚੋਂ ਰਾਜਿਆਂ ਨੂੰ ਕੱਢੋ ਤਾਂ ਫੇਰ ਵੀ ਤਗੜੇ ਸਨ। ਅਸੀਂ ਹਾਂ ਗਰੀਬ, ਤੂੰ ਹੈ ਗਰੀਬ ਨਵਾਜ, ਤੇ ਸਾਡੇ ਤੇ ਕਿਰਪਾ ਕਰੀ ਸੀ ਜਿੰਨੇ ਬੈਠੇ ਸਾਨੂੰ ਵੀ ਕੱਢਦੀ। ਉਹ ਤਾਂ ਰਾਜੇ ਸਨ, ਤਗੜੇ ਸਨ, ਤੇ ਤੂੰ ਗਰੀਬ ਨਵਾਜ ਹੈ, ਇਹ ਸਾਡੇ ਤੇ ਕਰਮ ਵੀ ਕਰੀ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ, ਫਿਰ ਪੰਕਤੀ ਪੜ ਭਰਾਵਾ। ਬੂੜਤ ਦੁਖ ਮਹਿ ਕਾਢ ਲਿਆ। ਕਹਿੰਦੇ ਦੁੱਖਾਂ ਗੋਤੇ ਖਾਂਦੇ ਸਾਂ, ਪਰ ਪ੍ਰਮਾਤਮਾ ਦੇ ਨਾਮ ਨੇ ਅਥਵਾ ਪ੍ਰਮਾਤਮਾ ਨੇ ਸਾਨੂੰ ਕੱਢ ਲਿਆ ਬਾਹਰ। ਸੋਨ ਸੋਨ ਉਪਜਿਓ ਮਨ ਮਹਿ ਚਾਓ। ਜਦੋਂ ਗੁਰਮੁਖਾਂ ਨੂੰ ਬਾਣੀ ਪੜ੍ਹਦਿਆਂ ਵੇਖਿਆ ਤਾਂ ਹੀ ਉਹ ਤਾਂ ਕਹਿੰਦੇ ਵੀ ਚੰਗਿਆਂ ਦੀ ਸੰਗਤ ਕਰੋ। ਜੇ ਬੁਰੇ ਦੀ ਸੰਗਤ ਕਰਾਂਗੇ ਤੇ ਬੁਰੇ ਵਿਚਾਰ ਆ ਜਾਣਗੇ, ਜੇ ਭਲਿਆਂ ਦੀ ਕਰਾਂਗੇ ਤੇ ਭਲੇ ਆ ਜਾਣਗੇ। ਪਰਮਾਤਮਾ ਦਾ ਨਾਮ ਸੁਣ ਕੇ ਗੁਰਮੁਖਾਂ ਨੂੰ ਬਾਣੀ ਪੜ੍ਹਦਿਆਂ ਅਭਿਆਸ ਕਰਦਿਆਂ ਸੁਣ ਕੇ ਮਨ ਵਿੱਚ ਚਾਅ ਪੈਦਾ ਹੋ ਜਾਂਦਾ ਹੈ। ਆਠ ਪਹਿਰ ਹਰ ਕੇ ਗੁਣ ਗਾਓ। ਇਵੇਂ ਕੰਮ ਨਿਬੇੜਨ ਦੀ ਗੱਲ ਨਾ ਕਰਿਆ ਕਰ ਵੀ ਸਵੇਰੇ ਅੱਧੇ ਘੰਟੇ 'ਚ ਨਿਤਨੇਮ ਕਰ ਲਿਆ, ਸ਼ਾਮ ਨੂੰ ਗਿਆਨੀ ਜੀ 7 ਮਿੰਟਾਂ 'ਚ ਮੈਂ ਰਹਿ ਰਾਸ ਨਿਬੇੜ ਦੇਣਾ। ਬੜਾ ਕੰਮ ਨਿਬੇੜਨਾ ਭਾਈ, ਤੂੰ ਵਿਹਲਾ ਹੋ ਕੇ। ਹਜ਼ੂਰ ਕਹਿੰਦੇ ਇਹ ਨਾ ਕੰਮ ਕਰਿਆ ਕਰ। ਅੱਠੇ ਪੈਰ ਤੂੰ ਸਵਾਸ ਲੈਣਾ, ਅੱਠੇ ਪੈਰ ਤੂੰ ਰੋਟੀ ਖਾਣਾ, ਤੇ ਜੇ ਸਵਾਸ ਅੱਠੇ ਪੈਰ ਲੈਣਾ ਤੇ ਪ੍ਰਮਾਤਮਾ ਦਾ ਨਾਮ ਅੱਠੇ ਪੈਰ ਕਿਉਂ ਨਹੀਂ? ਇਸ ਕਰਕੇ 8 ਪੈਰ ਹਰ ਕੇ ਗੁਣ ਗਾਓ। ਅੱਠੇ ਪੈਰ ਉਸ ਪਰੀ ਪ੍ਰਮਾਤਮਾ ਦੀ ਵਡਿਆਈ ਕਰੀ ਚੱਲ। ਗਾਵਤ ਗਾਵਤ ਪਰਮ ਗਤ ਪਾਈ। ਫੇਰ ਮਹਾਰਾਜ ਕੀ ਹੋ ਜਾਏਗਾ? ਹਜ਼ੂਰ ਕਹਿੰਦੇ ਗਾਉਂਦਿਆਂ ਗਾਉਂਦਿਆਂ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਏਗਾ। ਉਸ ਪਰਿਪੂਰਨ ਪ੍ਰਮਾਤਮਾ ਵਿੱਚ ਭੇਦ ਹੋ ਜਾਏਗਾ। ਹਰ ਜਨ ਦੁਇ ਏਕ ਹੈ,
ਬੇਵਿਚਾਰ ਕਸ਼ਨਾਏ, ਇਹ ਤੇਰੀ ਅਵਸਥਾ ਬਣ ਜਾਏਗੀ। ਗੁਰ ਪ੍ਰਸਾਦ ਨਾਨਕ ਲਿਵ ਲਾਈ। ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਅੱਜ ਐਵੇਂ ਨਾ ਵੀ ਹਲਾਰੇ ਮਾਰੀ ਜਾਏ ਵੀ ਮੈਂ ਬ੍ਰਹਮ ਗਿਆਨੀ ਬਣ ਗਿਆ ਤੇ ਆਪਣਾ ਤਾਂ ਕੰਮ ਸੈੱਟ ਹੋ ਗਿਆ। ਇਹ ਨਾ ਕਰੀ, ਤੂੰ ਗੁਰੂ ਅੱਗੇ ਹਾੜਾ ਕਰਨੀ ਵੀ ਪਾਤਸ਼ਾਹ ਤੂੰ ਕਿਰਪਾ ਕਰ। ਜਦੋਂ ਗੁਰੂ ਕਿਰਪਾ ਕਰੇਗਾ ਨਾ ਤੇਰੀ ਲਿਵ ਲੱਗ ਜਾਏਗੀ। ਆਪਾਂ ਰੋਜ਼ਾਨਾ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਸਾਚੀ ਲਿਵੇ ਬਿਨ ਦੇਹ ਨਿਮਾਣੀ ਲਿਵੇ ਬਾਜੋਂ, ਕਿਆ ਕਰੇ ਵਿਚਾਰੀਆ। ਇਹ ਲਿਵ ਤੋਂ ਬਿਨਾਂ ਦੇਹ ਵੀ ਕਿਸੇ ਕੰਮ ਨਹੀਂ, ਤੇ ਗੁਰੂ ਨੇ ਕਿਰਪਾ ਕੀਤੀ, ਇਹ ਲਿਵ ਲੱਗ ਗਈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਦਇਆ ਕਰਨ, ਇਹ ਸਾਡੀ ਅਵਸਥਾ ਬਣ ਜਾਏ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਸੁਨ ਸੁਨ ਉਪਜਿਓ ਮਨ ਮਹਿ ਚਾਓ, ਆਠ ਪਹਿਰ ਹਰ ਕੇ ਗੁਣ ਗਾਓ। ਗਾਵਤ ਗਾਵਤ ਪਰਮ ਗਤ ਪਾਈ, ਗੁਰ ਪ੍ਰਸਾਦ ਨਾਨਕ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ